ਟੌਪਿਕ ਆਪਾਂ ਕਰ ਰਹੇ ਸੀਗੇ ਸਪਲਾਈ ਚੇਨ ਮੈਨੇਜਮੈਂਟ ਵਾਲਾ। ਬੈਨੀਫਿਟ ਆਪਾਂ ਕਰ ਲਏ ਸੀ। ਉਸ ਤੋਂ ਬਾਅਦ ਹੈ ਕਨਸੈਪਟ ਆਫ ਰਿਵਰਸ ਲੌਜਿਸਟਿਕ। ਰਿਵਰਸ ਲੌਜਿਸਟਿਕ ਦਾ ਮੀਨਿੰਗ ਹੈਗਾ ਜਦੋਂ ਕਸਟਮਰ ਤੋਂ ਗੁੱਡਸ ਵਾਪਿਸ ਵੈਂਡਰ ਨੂੰ ਆਉਂਦੀਆਂ ਹੈਗੀਆਂ ਨੇ, ਇਸ ਪ੍ਰੋਸੈਸ ਨੂੰ ਕਹਿੰਦੇ ਨੇ ਰਿਵਰਸ ਲੌਜਿਸਟਿਕ। ਇਹਦੇ ਲਈ ਵੀ ਕੰਪਨੀਜ਼ ਜੋ ਡਿਫਰੈਂਟ ਐਕਟੀਵਿਟੀਜ਼ ਰੈਡੀ ਕਰਦੀਆਂ ਨੇ। ਆਪਾਂ ਐਗਜ਼ਾਮਪਲ ਜਿਵੇਂ ਆਨਲਾਈਨ ਨੈਟਵਰਕਿੰਗ 'ਚ ਹੀ ਦੇਖਦੇ ਹਾਂ, ਆਨਲਾਈਨ ਤੁਸੀਂ ਸਮਾਨ ਕੋਈ ਮੰਗਾਉਂਦੇ ਹੋ, ਅਗਰ ਕੋਈ ਕਸਟਮਰ ਨੂੰ ਵਾਪਿਸ ਕਰਨਾ ਹੁੰਦਾ ਤਾਂ ਵਿਦਿਨ 10 ਡੇਜ਼ ਜਾਂ ਵਿਦਿਨ 14 ਡੇਜ਼ ਤੁਹਾਡੀ ਪਿਕਅਪ ਹੋ ਜਾਂਦੀ, ਸਮਾਨ ਤੁਹਾਡਾ ਵਾਪਿਸ ਫਿਰ ਵੈਂਡਰ ਕੋਲ ਹੀ ਚਲਾ ਜਾਂਦਾ। ਇਹਨੂੰ ਅਸੀਂ ਆਨਲਾਈਨ ਜਾਂ ਫਿਰ ਰਿਵਰਸ ਲੌਜਿਸਟਿਕ ਕਹਿ ਸਕਦੇ ਹਾਂ। ਉਸ ਤੋਂ ਬਾਅਦ ਇੱਕ ਰਿਕੁਆਇਰਮੈਂਟ ਐਂਡ ਸਟੈਪਸ ਫॉर ਦੀ ਕ੍ਰੀਏਟਿੰਗ ਇਫੈਕਟਿਵ ਸਪਲਾਈ ਚੇਨ। ਅਗਰ ਸਪਲਾਈ ਚੇਨ ਨੂੰ ਇਫੈਕਟਿਵ ਕਰਨਾ ਚਾਹੁੰਦੇ ਹੋ ਉਹਦੇ ਲਈ ਕੀ ਚੀਜ਼ਾਂ ਜ਼ਰੂਰਤ ਨੇ। ਸਭ ਤੋਂ ਪਹਿਲਾਂ ਤਾਂ ਕਹਿੰਦਾ ਕੰਪਨੀ ਅਗਰ ਇੱਕ ਸਟ੍ਰੈਟਜੀ ਬਣਾ ਕੇ ਚੱਲੇ ਤਾਂ ਈਜ਼ੀਲੀ ਬੇਸ ਨਾਲ ਸਪਲਾਈ ਚੇਨ ਕੰਪਲੀਟ ਹੋ ਸਕਦੀ ਹੈ ਵੀ ਕਦੋਂ ਕਿਸ ਤਰ੍ਹਾਂ ਕਿਸ ਟਾਈਮ 'ਤੇ ਸਮਾਨ ਕਿਸ ਪਰਸਨ ਨੂੰ ਪਹੁੰਚਾਉਣਾ ਹੈ ਉਹ ਜ਼ਰੂਰੀ ਹੈ। ਉਸ ਤੋਂ ਬਾਅਦ ਓਰੀਜਨ ਦਾ ਮਤਲਬ ਹੋ ਗਿਆ ਕਿ ਸਮਾਨ ਕਿੱਥੋਂ ਪਿਕ ਹੋਊਗਾ ਔਰ ਕਿੱਥੇ ਪਹੁੰਚੂਗਾ। ਇਹ ਜਿਹਨੂੰ ਚੀਜ਼ਾਂ ਮੀਨਸ ਅਰਾਈਵਲ ਔਰ ਡੈਸਟੀਨੇਸ਼ਨ ਪੁਆਇੰਟ ਦੋਨੋਂ ਹੀ ਕਲੀਅਰ ਹੋਣੇ ਜ਼ਰੂਰੀ ਨੇ। ਥਰਡ ਹੈ ਕ੍ਰੀਏਟ। ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਮੈਚ ਕਰਨੀਆਂ ਤਾਂ ਉਹਦਾ ਪ੍ਰੋਸੈਸ ਕੀ ਹੋਊਗਾ, ਪ੍ਰੋਸੈਸ ਪਹਿਲਾਂ ਤੋਂ ਹੀ ਰੈਡੀ ਕਰ ਲਿਆ ਜਾਣਾ ਚਾਹੀਦਾ। ਫੋਰਥ ਹੈ ਮੇਕ ਇਟ ਡਿਲੀਵਰੀ। ਜਦੋਂ ਸਾਰਾ ਕੁਝ ਸੈਟਅਪ ਹੈ ਤਾਂ ਉਸ ਤੋਂ ਬਾਅਦ ਸਮਾਨ ਜੋ ਹੈ ਡਿਲੀਵਰ ਹੋਣਾ ਟਾਈਮ ਨਾਲ ਜ਼ਰੂਰੀ ਹੈ। ਕੀਪ ਇਟ ਟਰੈਕ ਯੂਅਰ ਦੀ ਜੋ ਵੀ ਤੁਹਾਡਾ ਸਮਾਨ ਜੋ ਰਿਹਾ ਹੋਊਗਾ ਰਿਟਰਨਸ ਜਾਂ ਫਿਰ ਤੁਸੀਂ ਸਮਾਨ ਕਿਸੇ ਨੂੰ ਭੇਜ ਰਹੇ ਹੋ ਜਾਂ ਕਿਸੇ ਤੋਂ ਆ ਰਹੇ ਹੈ ਉਹਨੂੰ ਲਗਾਤਾਰ ਟਰੈਕ ਕਰਦੇ ਚਲੇ ਜਾਓ। ਉਸ ਤੋਂ ਬਾਅਦ ਇਹ ਹੈਗਾ ਕਿ ਜਦੋਂ ਕਹਿੰਦੇ ਤੁਹਾਡੇ ਕੋਲ ਟਰੈਕਿੰਗ ਹੋ ਜਾਊਗੀ ਸਮਾਨ ਵੈਂਡਰ ਕੋਲ ਵਾਪਿਸ ਆ ਸਕਦਾ ਹੈਗਾ। ਫਿਰ ਜੋ ਕਾਮਨ ਡਿਮਾਂਡ ਕਿਸੇ ਕਸਟਮਰ ਦੀਆਂ ਸੀਗੀ ਉਹ ਡਿਮਾਂਡਸ ਨੂੰ ਕੰਪਲੀਟ ਕਰਨ ਬਾਰੇ ਸੋਚਿਆ ਜਾਵੇ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਸਟਮਰ ਨੇ ਜਿਸ ਸਪੇਸ ਨਾਲ ਸਮਾਨ ਵਾਪਿਸ ਕੀਤਾ ਅਸੀਂ ਉਹਨੂੰ ਨਵਾਂ ਪੀਸ ਦੇ ਦਈਏ। ਜੋ ਉਸਦੀਆਂ ਡਿਮਾਂਡਸ ਸੀ ਤੁਹਾਡੇ ਆਰਡਰ ਦੇ ਪ੍ਰਤੀ ਉਹ ਸਾਰੀਆਂ ਡਿਮਾਂਡਸ ਕੰਪਲੀਟ ਕਰਨ ਬਾਰੇ ਸੋਚਿਆ ਜਾਵੇ। ਆਲਵੇਜ਼ ਕਸਟਮਰ ਦੀ ਇਨਫੋਰਮੇਸ਼ਨ ਨੂੰ ਰੇਟਿੰਗ ਦੇ ਵਿੱਚ ਲੈ ਕੇ ਜਾਇਆ ਜਾਵੇ। ਜੋ ਕਸਟਮਰ ਨੇ ਤੁਹਾਡੇ ਪ੍ਰੋਡਕਟ ਲਈ ਰੇਟਿੰਗ ਦਿੱਤੀ ਹੈਗੀ ਹੈ ਉਹ ਰੇਟਿੰਗ ਤੁਹਾਡੀ ਆਨਲਾਈਨ ਸ਼ੋ ਹੋਣੀ ਜ਼ਰੂਰੀ ਚਾਹੀਦੀ ਹੈ ਅਗਰ ਤੁਹਾਡਾ ਬਿਜ਼ਨਸ ਆਨਲਾਈਨ ਜਾਂ ਰਿਟੇਲ ਬਿਜ਼ਨਸ ਦੇ ਵਿੱਚ ਹੈਗਾ ਤਾਂ। ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਗਿਆ ਕਨਸੈਪਟ ਆਫ ਰਿਟਰਨ ਅਬਿਲਿਟੀ। ਮੰਨ ਲਓ ਤੁਹਾਡੇ ਕੋਲ ਇਹ ਪੁਆਇੰਟ ਵੈਸੇ ਕਲੀਅਰ ਜਦੋਂ ਆਉਂਦਾ ਈ ਮਾਰਕੀਟਿੰਗ ਦੇ ਵਿੱਚ ਹੀ ਅਸੀਂ ਕਹਿ ਸਕਦੇ ਹਾਂ। ਅਗਰ ਈ ਮਾਰਕੀਟਿੰਗ ਦੀ ਕੰਪਨੀ ਕੰਮ ਕਰ ਰਹੀ ਹੈ ਰਿਟਰਨ ਬੇਸ ਦੇ ਕਨਸੈਪਟ ਕੀ ਹੋਣੇ ਚਾਹੀਦੇ ਨੇ ਉਹ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕੋਈ ਪ੍ਰੋਡਕਟ ਤੁਸੀਂ ਖਰੀਦਦੇ ਹੋ ਤਾਂ ਕੰਪਨੀ ਪਹਿਲਾਂ ਹੀ ਕਹਿ ਦਿੰਦੇ ਨੇ ਵਿਦਿਨ 10 ਡੇਜ਼ ਜਾਂ ਵਿਦਿਨ 14 ਡੇਜ਼ ਜਾਂ ਫਿਰ ਕੁਝ ਪ੍ਰੋਡਕਟ ਇੱਦਾਂ ਦੇ ਵੀ ਹੋਣ ਜੋ ਘੱਟ ਕੀਮਤ ਵਾਲੇ ਉਹ ਵਾਪਸੀ ਦੇ ਵਿੱਚ ਹੁੰਦੇ ਹੀ ਨਹੀਂ। ਉਹ ਸਟ੍ਰੈਟਜੀ ਪਹਿਲਾਂ ਤੋਂ ਹੀ ਰੈਡੀ ਹੋਣੀ ਜ਼ਰੂਰੀ ਹੈ। ਅਗਰ ਕਸਟਮਰ ਨੂੰ ਡਿਫੈਕਟਿਵ ਪੀਸ ਨਿਕਲਦੇ ਆ ਤਾਂ ਵਾਪਿਸ ਕਰ ਸਕਦਾ ਹੈ। ਬਾਈ ਦਾ ਵੀ ਟਾਈਮ ਨਾਲ ਡਿਲੀਵਰੀ ਨਹੀਂ ਹੋਈ ਤਾਂ ਵਾਪਿਸ ਕਰ ਸਕਦਾ ਹੈ। ਜਾਂ ਫਿਰ ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਤੁਸੀਂ ਡਿਲੀਵਰੀ ਰੱਖੀ ਸੀ, ਕਸਟਮਰ ਕਹਿੰਦਾ ਸਿਰਫ ਮੈਨੂੰ ਮੰਡੇ ਦੇ ਦਿਨ ਹੀ ਡਿਲੀਵਰੀ ਚਾਹੀਦੀ ਹੋਰ ਕਿਸੇ ਦਿਨ ਨਹੀਂ ਚਾਹੀਦੀ ਤਾਂ ਉਸ ਟਾਈਮ 'ਤੇ ਵਾਪਸੀ ਹੋ ਸਕਦਾ ਪ੍ਰੋਡਕਟ। ਇਹ ਸਾਰੀਆਂ ਚੀਜ਼ਾਂ ਉਦੋਂ ਹੀ ਕਲੀਅਰ ਹੋ ਸਕਦੀਆਂ ਜਦੋਂ ਲੱਗਦਾ ਵੀ ਤੁਹਾਨੂੰ ਕਸਟਮਰ ਇਫੈਕਟਿਵ ਸਪਲਾਈ ਚੇਨ ਅਸੀਂ ਸੈਟਅਪ ਕਰਨਾ ਚਾਹੁੰਦੇ ਹਾਂ। ਫਿਰ ਹੈਗਾ ਲੀਨ ਸਪਲਾਈ ਚੇਨ। ਲੀਨ ਸਪਲਾਈ ਚੇਨ ਵੀ ਇਟ ਡਿਲੀਵਰਸ ਆਈਟਮ ਪ੍ਰੋਡਕਟਸ ਐਟ ਦੀ ਕਸਟਮਰ ਇਫੈਕਟਿਵ ਐਜ਼ ਪੋਸੀਬਲ। ਜਿੰਨੀ ਜਲਦੀ ਨਾਲ ਔਰ ਜਿੰਨੀ ਕਲੀਅਰਟੀ ਨਾਲ ਕਸਟਮਰ ਕੋਲ ਗੁੱਡਸ ਪਹੁੰਚ ਸਕਣ ਇਹਨੂੰ ਕਹਿੰਦੇ ਨੇ ਲੀਨ ਸਪਲਾਈ ਚੇਨ। ਇਹਦੇ ਵਿੱਚ ਜਿੰਨੇ ਪ੍ਰਕਾਰ ਦੀਆਂ ਕਹਿੰਦਾ ਵੇਸਟੇਜ ਹੋਣਗੀਆਂ ਸਪਲਾਈ ਦੇ ਵਿੱਚ ਉਹ ਦੂਰ ਕਰਨੀ ਹੈ। ਪ੍ਰੋਪਰ ਪੈਕਿੰਗ ਦੇ ਸਮਾਨ ਪਹੁੰਚਾਉਣਾ, ਜੋ ਕਸਟਮਰ ਦੀ ਡਿਮਾਂਡ ਹੈ ਉਹਨੂੰ ਟਾਈਮ ਨਾਲ ਕੰਪਲੀਟ ਕਰਨਾ। ਕਸਟਮਰ ਅੱਜ ਕੱਲ੍ਹ ਦੇ ਤੁਸੀਂ ਆਰਡਰ ਦੇ ਵਿੱਚ ਦੇਖੋਗੇ ਮੇ ਵੀ ਸ਼ਾਇਦ ਤੁਸੀਂ ਆਨਲਾਈਨ ਕੁਝ ਆਰਡਰ ਲਗਾਉਂਦੇ ਹੋ ਤਾਂ ਕੰਪਨੀ ਇਹ ਵੀ ਪੁੱਛਦੀ ਹੈਗੀ ਨੇ ਕਿਸ ਟਾਈਮ 'ਤੇ ਤੁਹਾਨੂੰ ਡਿਲੀਵਰੀ ਕਰੀ ਜਾਵੇ। ਅਗਰ ਤੁਹਾਡੇ ਕੋਲ ਟਾਈਮਿੰਗ ਜਿਵੇਂ 10 ਤੋਂ 2 ਜਾਂ ਫਿਰ 2 ਤੋਂ 5 ਜਾਂ ਫਿਰ 5 ਤੋਂ 8 ਉਹ ਟਾਈਮਿੰਗ ਵੀ ਕਲੀਅਰ ਹੋ ਜਾਂਦੀ ਹੈ ਕਿ ਉਹਨੂੰ ਅਸੀਂ ਲੀਨ ਸਪਲਾਈ ਚੇਨ ਦੇ ਵਿੱਚ ਹੀ ਲੈ ਸਕਦੇ ਹੈਗੇ ਹਾਂ। ਕੋਸ਼ਿਸ਼ ਇਹ ਕਰਨਾ ਕਿ ਜਿਹੜਾ ਲੀਡ ਟਾਈਮ ਹੈ ਉਹ ਹਮੇਸ਼ਾ ਸ਼ੋਰਟਨ ਦੇ ਵਿੱਚ ਆਵੇ। ਸ਼ੋਰਟਨ ਦਾ ਮਤਲਬ ਕਿ ਘੱਟ ਟਾਈਮ ਦੇ ਵਿੱਚ ਤੁਹਾਡਾ ਸਮਾਨ ਕਿਸੇ ਬੰਦੇ ਕੋਲ ਪਹੁੰਚੇ। ਅੱਜ ਕੋਈ ਪ੍ਰੋਡਕਟ ਮੰਗਾਉਂਦੇ ਉਹਦੀ ਐਕਸਪ੍ਰੈਸ ਡਿਲੀਵਰੀ ਦਾ ਜਿਵੇਂ ਕੰਡੀਸ਼ਨਸ ਆਉਂਦੀਆਂ ਨੇ ਤੁਸੀਂ 10-20 ਰੁਪਏ ਐਕਸਟਰਾ ਦਿਓ ਕਸਟਮਰ ਤੁਹਾਨੂੰ ਅਗਰ ਪੇ ਕਰਨੀ ਚਾਹ ਤੁਸੀਂ ਐਕਸਪ੍ਰੈਸ ਡਿਲੀਵਰੀ ਪਹੁੰਚਾ ਸਕਦੇ ਹੋ ਕਿਸੇ ਕਸਟਮਰ ਨੂੰ ਤਾਂ ਉਹ ਸਰਵਿਸਿਜ਼ ਵੀ ਪ੍ਰੋਵਾਈਡ ਕਰਨੀ ਹੈ। ਕੋਸ਼ਿਸ਼ ਇਹ ਕਰਨਾ ਕਿ ਜਿਹੜਾ ਡਿਸਪਲਿਨ ਮੇਨਟੇਨ ਕਰਿਆ ਗਿਆ ਤੁਹਾਡੇ ਕੰਮ ਦੇ ਵਿੱਚ ਉਹ ਟਾਈਮ ਨਾਲ ਕੰਪਲੀਟ ਵੀ ਕਰਨਾ। ਕੁਝ ਜਿਵੇਂ ਕੰਪਨੀ ਕਹਿੰਦੀ ਹੈ ਜਿਵੇਂ ਅਸੀਂ 2 ਦਿਨ ਸਮਾਨ ਪਹੁੰਚਾ ਦਾਂਗੇ, ਕਸਟਮਰ ਤੋਂ ਪੈਸੇ ਲੈਣ ਤੋਂ ਬਾਅਦ ਤੁਸੀਂ 2 ਦਿਨ ਬਾਅਦ ਪੈਸੇ ਸਮਾਨ ਪਹੁੰਚਾ ਹੀ ਨਾ ਸਕੋ। ਇਹ ਚੀਜ਼ ਨੂੰ ਵੀ ਕੰਪਲੀਟ ਕਰਕੇ ਚੱਲਣਾ। ਉਸ ਤੋਂ ਬਾਅਦ ਲੀਨ ਸੀਗਾ ਕਸਟਮਰ ਸੈਟੀਸਫੈਕਸ਼ਨ ਐਟ ਦੀ ਹੈਵ। ਜਿੰਨਾ ਕਸਟਮਰ ਦਾ ਸੈਟੀਸਫੈਕਸ਼ਨ ਲੈਵਲ ਹੈ ਉਹਨੂੰ ਇਨਕਰੀਜ਼ ਕਰਿਆ ਜਾ ਸਕਦਾ ਉਸ ਤੋਂ ਉਨਾ ਹੀ ਜ਼ਿਆਦਾ ਇਨਕਰੀਜ਼ ਕਰੋ। ਮੈਨੇਜਮੈਂਟ ਦੇ ਜੋ ਰਿਸਕ ਨੇ ਉਹਨਾਂ ਨੂੰ ਘਟਾਉਣ ਬਾਰੇ ਸੋਚੋ। ਆਪਣੇ ਪ੍ਰੋਡਕਸ਼ਨ ਦੀ ਜੋ ਡਿਲੀਵਰੀ ਹੈ ਉਹਦੀ ਕੋਸਟ ਨੂੰ ਘਟਾਉਣ ਬਾਰੇ ਸੋਚੋ। ਜਿੰਨਾ ਹੋ ਸਕੇ ਟਰਾਂਸਪੋਰਟੇਸ਼ਨ ਕੋਸਟ ਘਟਾਈ ਜਾ ਸਕੇ। ਮੇਨ ਜਿਹੜਾ ਹਮੇਸ਼ਾ ਕੰਪਨੀ ਧਿਆਨ ਰੱਖਦੀ ਹੈ ਕਿ ਟਰਾਂਸਪੋਰਟੇਸ਼ਨ ਕੋਸਟ ਜਿੰਨੀਆਂ ਘਟਾਉਣਗੇ ਉਨਾ ਬੈਨੀਫਿਟ ਕੰਪਨੀ ਨੂੰ ਜ਼ਿਆਦਾ ਹੋਊਗਾ, ਉਨੇ ਹੀ ਕਸਟਮਰ ਦੇ ਜੋ ਡਿਮਾਂਡਸ ਨਿਕਲ ਕੇ ਆਉਣਗੇ। ਕਿਉਂਕਿ ਕਸਟਮਰ ਆਲਵੇਜ਼ ਪ੍ਰੋਡਕਟ ਉਦੋਂ ਲੈਂਦੇ ਹੈਗੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈਗਾ ਕਿ ਸਾਨੂੰ ਘੱਟ ਕੀਮਤ ਦੇ ਸਮਾਨ ਮਿਲ ਰਿਹਾ। ਅਗਰ ਕੰਪਨੀਆਂ ਟਰਾਂਸਪੋਰਟੇਸ਼ਨ ਕੋਸਟ ਹੀ ਵਧਾ ਕੇ ਰੱਖਣਗੀਆਂ ਤਾਂ ਕੰਪਨੀਆਂ ਨੂੰ ਨੁਕਸਾਨ ਉਹਦੇ ਵੀ ਜ਼ਿਆਦਾ ਹੋ ਸਕਦਾ ਹੈਗਾ। ਆਲਵੇਜ਼ ਕੋਸ਼ਿਸ਼ ਕਰੀ ਜਾਵੇ ਵੀ ਜਿਹੜੀ ਟੋਟਲ ਸਪਲਾਈ ਚੇਨ ਦੀ ਕੋਸਟ ਹੈ ਉਹ ਵੀ ਘਟਾਈ ਜਾਵੇ। ਇਹਨੂੰ ਅਸੀਂ ਲੀਨ ਪ੍ਰੋਡਕਸ਼ਨ ਜਾਂ ਫਿਰ ਲੀਨ ਸਪਲਾਈ ਚੇਨ ਕਹਿ ਸਕਦੇ ਹਾਂ। ਉਸ ਤੋਂ ਬਾਅਦ ਹੈਗੀ ਹੈ ਐਗਿਲ ਸਪਲਾਈ ਚੇਨ। ਐਗਿਲ ਸਪਲਾਈ ਚੇਨ ਦਾ ਮਤਲਬ ਹੁੰਦਾ ਵੀ ਰੇਸ਼ਨਲਾਈਜ਼ੇਸ਼ਨ ਬੇਸ 'ਤੇ ਅਸੀਂ ਕੋਈ ਸਪਲਾਈ ਕਰੀਏ। ਮੈਂ ਐਗਜ਼ਾਮਪਲ ਕਹਾਂ ਤੁਸੀਂ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਸਟਮਰ ਦੀਆਂ ਡਿਫਰੈਂਟ ਡਿਮਾਂਡ ਜਦੋਂ ਕੰਪਲੀਟ ਕਰੀ ਜਾਣਗੀਆਂ। ਮੈंने ਐਗਜ਼ਾਮਪਲ ਪਹਿਲਾਂ ਦਿੱਤੀ ਕਿ ਕਿਸ ਦਿਨ ਪ੍ਰੋਡਕਟ ਡਿਲੀਵਰ ਕਰਿਆ ਜਾਵੇ,
प्लस किस टाइम ਤੇ ਕਰਿਆ ਜਾਵੇ, ਬਾਈ ਦਾ ਵੀ ਅਗਰ ਤੁਸੀਂ ਉਸ ਟਾਈਮ ਤੇ ਨਹੀਂ ਮਿਲ ਜਾਏਗਾ ਤਾਂ ਕਿਸੇ ਨੂੰ ਅਸੀਂ ਹੈਂਡ ਓਵਰ ਵੀ ਕਰ ਸਕੀਏ, ਸਾਨੂੰ ਉਹ ਵੀ ਰੈਫਰੈਂਸ ਤੁਸੀਂ ਦੇ ਦਿਓ। ਇਸ ਤਰ੍ਹਾਂ ਦੀ ਸਪਲਾਈ ਚੇਨ ਨੂੰ ਕਹਿੰਦੇ ਹੈਗੇ ਨੇ ਐਗਲ ਸਪਲਾਈ ਚੇਨ। ਮੀਨ ਕਸਟਮਰ ਦੀਆਂ ਆਪਣੀ ਡਿਮਾਂਡਸ ਹੋਣਗੀਆਂ, ਕਸਟਮਰ ਜਿਵੇਂ ਸੈਟੀਸਫਾਈਡ ਹੋ ਸਕਦਾ ਉਸ ਤਰ੍ਹਾਂ ਹੀ ਪ੍ਰੋਡਕਟ ਪਹੁੰਚਾਉਣ ਬਾਰੇ ਜਦੋਂ ਸੋਚਿਆ ਤਾਂ ਅਸੀਂ ਐਗਲ ਸਪਲਾਈ ਚੇਨ ਕਹਿੰਦੇ ਹੈਗੇ ਹਾਂ। ਇਹਦੇ ਲਈ ਐਗਲ ਸਪਲਾਈ ਚੇਨ ਕੰਪਨੀਆਂ ਯੂਜ਼ ਕਰਦੀਆਂ ਜਦੋਂ ਕੰਪਨੀ ਲੱਗਦਾ ਕਿ ਕੋਸਟ ਕਟਿੰਗ ਅਸੀਂ ਕਰਨੀ ਹੈਗੀ ਹੈ, ਪ੍ਰੋਪਰ ਤਰੀਕੇ ਸਪਲਾਈ ਕਰਨੀ ਹੈਗੀ ਹੈ, ਆਪਣੀ ਕੋਸਟ ਵੀ ਘਟਾਉਣੀ ਹੈ, ਕਸਟਮਰ ਦੀ ਡਿਮਾਂਡ ਵੀ ਕੰਪਲੀਟ ਕਰਨੀ ਹੈ, ਇੱਦਾਂ ਹੀ ਸਪਲਾਈ ਚੇਨ ਨੂੰ ਅਸੀਂ ਐਗਲ ਸਪਲਾਈ ਚੇਨ ਕਹਿੰਦੇ ਹੈਗੇ। ਇਹ ਸੀਗਾ ਥੋੜਾ ਟੌਪਿਕ ਜਿਹੜਾ ਸਪਲਾਈ ਚੇਨ ਵਾਲਾ ਹੋਇਆ ਖਤਮ। ਇਸ ਤੋਂ ਬਾਅਦ ਹੈਗਾ ਜਸਟ ਇਨ ਟਾਈਮ ਐਂਡ ਲੀਨ ਆਪਰੇਸ਼ਨ। ਜਸਟ ਇਨ ਟਾਈਮ ਆਪਰੇਸ਼ਨ ਵੈਸੇ ਜਿਹੜਾ ਸਿਸਟਮ ਹੈਗਾ ਜੈਪਨੀਜ਼ ਸਟਾਈਲ ਹੈਗਾ। ਜੈਪਨੀਜ਼ ਸਟਾਈਲ ਦਾ ਮਤਲਬ ਬਹੁਤ ਜਿਹੜੀ ਜਾਪਾਨ ਦੀਆਂ ਕੰਪਨੀਆਂ ਨੇ ਉਹ ਇਹ ਕਹਿੰਦੀ ਹੈਗੀਆਂ ਨੇ ਪ੍ਰੋਡਕਸ਼ਨ ਉਦੋਂ ਕਰੀ ਜਾਵੇ ਜਦੋਂ ਸਾਨੂੰ ਕਿਸੇ ਚੀਜ਼ ਦਾ ਰॉ ਮਟੀਰੀਅਲ ਉਦੋਂ ਮੰਗਾਇਆ ਜਾਵੇ ਜਦੋਂ ਸਾਨੂੰ ਲੱਗਦਾ ਕਿ ਕਿਸੇ ਚੀਜ਼ ਦੀ ਮੈਨੂਫੈਕਚਰਿੰਗ ਕਰਨ ਦੀ ਜ਼ਰੂਰਤ ਹੈ। ਪਹਿਲਾਂ ਤੋਂ ਬਲਕ ਮੰਗਾਉਣ ਦੀ ਜ਼ਰੂਰਤ ਨਹੀਂ ਹੈ। ਅਗਰ ਕਸਟਮਰ ਦੀ ਡਿਮਾਂਡ ਹੈਗੀਆਂ ਨੇ ਅਸੀਂ ਰॉ ਮਟੀਰੀਅਲ ਮੰਗਾਈਏ, ਟਾਈਮ ਨਾਲ ਹੀ ਉਹ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਉਤਾਰ ਦਈਏ। ਇਹਨੂੰ ਕਹਿੰਦੇ ਨੇ ਸਿਸਟਮ ਨੂੰ ਜਸਟ ਇਨ ਟਾਈਮ ਐਂਡ ਲੀਨ ਸਿਸਟਮ। ਲੀਨ ਸਿਸਟਮ ਵੀ ਅਸੀਂ ਕਹਿ ਸਕਦੇ ਹਾਂ ਪ੍ਰੋਪਰ ਕਲੀਅਰ ਪ੍ਰੋਡਕਸ਼ਨ ਵਿਦਾਊਟ ਵੇਸਟੇਜ ਬਿਲਕੁਲ ਹੀ ਨਹੀਂ ਕਰਨੀ ਹੈਗੀ। ਮੋਸਟਲੀ ਕੰਪਨੀ 'ਚ ਵੇਸਟੇਜ ਕਿੱਦਾਂ ਦੀ, ਜਦੋਂ ਪਹਿਲਾਂ ਤੋਂ ਰॉ ਮਟੀਰੀਅਲ ਮੰਗਾ ਕੇ ਰੱਖ ਲੈਂਦੇ ਨੇ ਵੇਸਟੇਜ ਹੁੰਦੀ ਹੈ। ਫਿਰ ਅਨਲਿਮਿਟਿਡ ਪ੍ਰੋਡਕਸ਼ਨ ਕਰਦੇ ਚਲੇ ਜਾਣਗੇ, ਮਾਰਕੀਟ 'ਚ ਉਹਦੀ ਡਿਮਾਂਡ ਹੈ ਜਾਂ ਨਹੀਂ ਹੈ ਪਹਿਲਾਂ ਤੋਂ ਹੀ ਪ੍ਰੋਡਕਟ ਬਣਾ ਕੇ ਰੱਖੇ ਉਹਨਾਂ ਨੂੰ ਇਹ ਹੁੰਦਾ ਕਿ ਫਿਊਚਰ ਦੇ ਵਿੱਚ ਇਹ ਪ੍ਰੋਡਕਟ ਸਮਾਨ ਸੇਲ ਹੋਣਗੇ। ਲੇਕਿਨ ਜੈਪਨੀਜ਼ ਸਟਾਈਲ ਜਿਹੜਾ ਹੈਗਾ ਉਹ ਇਹ ਕਹਿੰਦਾ ਹੈਗਾ ਕਿ ਸਾਨੂੰ ਜਦੋਂ ਰਿਕੁਆਇਰਮੈਂਟ ਹੋਊਗੀ ਅਸੀਂ ਉਦੋਂ ਹੀ ਪ੍ਰੋਡਕਸ਼ਨ ਕਰਾਂਗੇ। ਮੋਸਟਲੀ ਅਸੀਂ ਦੇਖਦੇ ਹਾਂ ਕਿ ਜਿਵੇਂ ਸੀਜ਼ਨਲ ਬੇਸ 'ਤੇ ਕੰਮ ਚੱਲਦਾ ਹੈ, ਕੱਪੜਾ ਸਰਦੀਆਂ ਦਾ ਕੱਪੜਾ ਗਰਮੀਆਂ 'ਚ ਹੀ ਬਣਨਾ ਸਟਾਰਟ ਹੋ ਜਾਂਦਾ ਹੈ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਸਾਰੀ ਚੀਜ਼ਾਂ ਤੁਸੀਂ ਬਣਾਈਆਂ ਕਿ ਉਹ ਸੇਲ ਹੀ ਹੋ ਜਾਣਗੀਆਂ ਉਸ ਟਾਈਮ ਦੇ ਵਿੱਚ ਆ ਕੇ। ਅਤੇ ਜੈਪਨੀਜ਼ ਸਟਾਈਲ ਇਹ ਕਹਿੰਦਾ ਕਿ ਜਦੋਂ ਰਿਕੁਆਇਰਮੈਂਟ ਹੈ ਉਦੋਂ ਹੀ ਇਸ ਚੀਜ਼ ਨੂੰ ਕੰਪਲੀਟ ਕਰਿਆ ਜਾਵੇ। ਇਸ ਹਿਸਾਬ ਨਾਲ ਕੰਪਨੀ ਦੀ ਕੋਸਟ ਵੀ ਘਟੂਗੀ, ਪਲੱਸ ਕੰਪਨੀ ਜਿਹੜਾ ਵੇਸਟੇਜ ਆ ਉਹ ਘਟੂਗਾ, ਔਰ ਕਲੀਨ ਸਿਸਟਮ ਨਾਲ ਕੰਪਨੀ ਪ੍ਰੋਡਕਸ਼ਨ ਕਰ ਸਕਦੀ ਹੈ ਔਰ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਹੀ ਕੰਪਨੀ ਮਾਰਕੀਟ ਵਿੱਚ ਕੰਮ ਕਰਿਆ ਜਾ ਸਕਦਾ ਹੈ। ਇਹਨਾਂ ਨੇ ਸਿਸਟਮ ਨੂੰ ਲਿਖਿਆ ਵੀ ਹੈਗਾ ਜੈਪਨੀਜ਼ ਸਟਾਈਲ ਸਿਸਟਮ 1970 ਤੋਂ ਚੱਲੇ ਆ ਰਿਹਾ ਹੈਗਾ। ਉੱਥੇ ਕੋਈ ਟਾਈਚੋ ਓਨੋ ਕੋਈ ਕੰਪਨੀ ਹੈ ਜਾਂ ਉਹਨਾਂ ਨੇ ਫਸਟ ਟਾਈਮ ਇਹ ਜਿਹੜਾ ਸਿਸਟਮ ਇੰਟਰੋਡਿਊਸ ਕਰਿਆ ਸੀਗਾ ਜਦੋਂ ਫਸਟ ਟਾਈਮ ਟੋਯੋਟੋ ਕੰਪਨੀ ਮਾਰਕੀਟ 'ਚ ਆਈ ਸੀ। ਟੋਯੋਟੋ ਨੇ ਕੰਪਨੀ ਨੇ ਐਜ਼ ਪਰ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਪ੍ਰੋਡਕਟ ਮਾਰਕੀਟ ਦੇ ਵਿੱਚ ਉਤਾਰਨਾ ਸਟਾਰਟ ਕੀਤਾ ਸੀਗਾ। ਇਸ ਸਿਸਟਮ ਨੂੰ ਜਾਂ ਫਿਰ ਜਸਟ ਇਨ ਟਾਈਮ ਸਿਸਟਮ ਨੂੰ ਇਹ ਟਾਈਚੋ ਓਨੋ ਸਿਸਟਮ ਵੀ ਕਿਹਾ ਜਾਂਦਾ। ਮੈਂ ਵੀ ਤੁਹਾਨੂੰ ਕੁਐਸਚਨ ਆ ਜਾਵੇ ਡਿਫਾਈਨ ਦੀ ਟਾਈਚੋ ਓਨੋ ਸਿਸਟਮ, ਤਾਂ ਤੁਸੀਂ ਜਸਟ ਇਨ ਟਾਈਮ ਸਿਸਟਮ ਨੂੰ ਹੀ ਡਿਫਾਈਨ ਕਰੋਗੇ। ਟੋਯੋਟੋ ਅਪਰੋਚ ਦੇ ਵਿੱਚ ਇਹਨਾਂ ਲਿਖਿਆ ਵੀ ਹੈਗਾ, ਕਹਿੰਦਾ ਇਹ ਅਪਰੋਚ ਕਿਹੜੀ ਚੀਜ਼ਾਂ ਨਾਲ ਡੀਲ ਕਰਦੀ ਹੈਗੀ ਹੈ। ਸਾਰੇ ਹੀ ਜਿਹੜੇ ਵਰਡ ਇਹਦੇ ਵਿੱਚ ਯੂਜ਼ ਕਰੇ ਗਏ ਨੇ ਸਾਰੇ ਜੈਪਨੀਜ਼ ਵਰਡ ਨੇ, ਹਰੇਕ ਵਰਡ ਦਾ ਅਲੱਗ-ਅਲੱਗ ਮੀਨਿੰਗ ਹੈਗਾ। ਸਭ ਤੋਂ ਪਹਿਲਾਂ ਵਰਡ ਇਹਦੇ ਵਿੱਚ ਆ ਰਿਹਾ ਹੈਗਾ ਮੁੱਦਾ ਦਾ ਮਤਲਬ ਕੀ ਹੈ, ਮੀਨਸ ਵੇਸਟ ਐਂਡ ਇਨਐਫੀਸ਼ੀਐਂਸੀ। ਸਾਡੀ ਕੰਪਨੀ ਦੇ ਵਿੱਚ ਜਿੰਨਾ ਵੇਸਟ ਹੋ ਸਕੇ ਔਰ ਇਨਐਫੀਸ਼ੀਐਂਸੀ ਜੋ ਵਰਕ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਘਟਾਉਣ ਬਾਰੇ ਸੋਚਿਆ ਜਾਂਦਾ ਜਸਟ ਇਨ ਟਾਈਮ ਸਿਸਟਮ ਦੇ ਵਿੱਚ। ਦੂਸਰਾ ਨੇ ਲਿਖਿਆ ਕਿ ਮੂਰਾ ਵੀ ਇੱਕ ਜੈਪਨੀਜ਼ ਵਰਡ ਹੈ ਜਿਹਦਾ ਮੀਨਿੰਗ ਹੈਗਾ ਅਨਈਵਨਨੈਸ, ਨੋਟ ਯੂਨੀਫਾਰਮਿਟੀ ਔਰ ਇਰੈਗੂਲਰਿਟੀ। ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੀ ਨਹੀਂ ਹੈ ਅਸੀਂ ਲਗਾਤਾਰ ਤਾਂ ਕਰਦੇ ਚਲੇ ਆ ਰਹੇ ਹਾਂ, ਉਹਨਾਂ ਚੀਜ਼ਾਂ ਨੂੰ ਖਤਮ ਕਰੋ। ਅਗਰ ਕਸਟਮਰ ਸਾਨੂੰ ਕੋਈ ਕੰਮ ਕਰਨ ਨੂੰ ਕਹਿ ਰਿਹਾ ਤੁਸੀਂ ਉਹ ਕੰਮ ਕਰੋ ਤਾਂ ਉਹਦਾ ਬੈਨੀਫਿਟ ਤੁਹਾਨੂੰ ਕਹਿੰਦਾ ਜ਼ਿਆਦਾ ਹੋ ਸਕਦੇ। ਥਰਡ ਹੈਗਾ ਮੂਰੀ ਦਾ ਮਤਲਬ ਕਿ ਇੰਪੋਸੀਬਿਲਿਟੀ ਜਾਂ ਫਿਰ ਰੀਜ਼ਨੇਬਲਨੈਸ। ਕੋਈ ਇੱਦਾਂ ਦੇ ਕੰਮ ਜਿਹੜੇ ਸਾਨੂੰ ਲੱਗਦਾ ਕਿ ਕੰਪਲੀਟ ਹੋ ਹੀ ਨਹੀਂ ਸਕਦੇ ਉਹਨਾਂ ਕੰਮ ਨੂੰ ਕੰਪਲੀਟ ਕਰਨ ਬਾਰੇ ਸੋਚਿਆ ਜਾਵੇ। ਨਾਲ ਲਿਖਿਆ ਰੀਜ਼ਨੇਬਲਨੈਸ, ਹਮੇਸ਼ਾ ਕੰਮ ਰੀਜ਼ਨ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਹੈਗਾ, ਪ੍ਰੋਪਰ ਉਹਦੇ 'ਚ ਕੋਈ ਰੀਜ਼ਨ ਹੋਵੇ ਕਰਨ ਦੇ ਪਿੱਛੇ ਬੈਨੀਫਿਟ। ਮੈਂ ਐਗਜ਼ਾਮਪਲ ਕਹਾਂਗੀ ਆਲਵੇਜ਼ ਜੈਪਨੀਜ਼ ਸਟਾਈਲ ਅੱਗੇ ਕਿ ਉਹਨਾਂ ਨੇ ਉਹ ਲੋਕਾਂ ਨੂੰ ਵੀ ਸਮਝਦੇ ਨੇ, ਪਲੱਸ ਉਹ ਕ੍ਰੀਏਟਿਵ ਲੋਕਾਂ ਨੂੰ ਫਾਈਂਡ ਕਰਨ ਬਾਰੇ ਸੋਚਦੇ ਨੇ। ਅਗਰ ਲੇਬਰ ਦੇ ਵਿੱਚ ਵੀ ਕੋਈ ਪਰਸਨ ਕੰਮ ਕਰ ਰਹੇ ਨੇ ਤਾਂ ਕ੍ਰੀਏਟਿਵ ਪਰਸਨ ਕੌਣ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਬੜੇ ਪਹਿਲਾਂ ਤੋਂ ਹੀ ਸੋਚਦੇ ਨੇ। ਇਸ ਤੋਂ ਬਾਅਦ ਇੱਕ ਵਰਡ ਹੋਰ ਵੀ ਇਹਨਾਂ ਲਿਖਿਆ ਕਿ ਹਿਜ਼ੁਨਕਾ ਦਾ ਮਤਲਬ ਕੀ ਹੈ, ਵੇਰੀਏਸ਼ਨ ਇਨ ਪ੍ਰੋਡਕਸ਼ਨ ਵੋਲਿਊਮ ਲੀਡ ਟੂ ਦੀ ਵੇਸਟ। ਲਗਾਤਾਰ ਤੁਸੀਂ ਕਹਿੰਦੇ ਵੇਰੀਏਸ਼ਨ ਕਰਦੇ ਚਲੇ ਜਾਓਗੇ ਪ੍ਰੋਡਕਸ਼ਨ ਦੇ ਵਿੱਚ, ਮੇਬੀ ਤੁਹਾਡੇ ਵੇਸਟੇਜ ਜੋ ਹੈ ਇਨਕਰੀਜ਼ ਹੁੰਦੇ ਚਲੇ ਜਾਊਗੀ। ਅਗਰ ਅਸੀਂ ਕਸਟਮਰ ਦੀ ਜੌਬ ਕੋਸਟਿੰਗ ਜਾਂ ਫਿਰ ਬੈਚ ਕੋਸਟਿੰਗ ਦੇ ਵਿੱਚ ਕੰਮ ਕਰਨਾ ਸਟਾਰਟ ਕਰ ਦਈਏ ਤਾਂ ਮੇਬੀ ਸਾਨੂੰ ਉਹਦਾ ਬੈਨੀਫਿਟ ਕਰਨਾ ਜ਼ਿਆਦਾ ਹੋ ਸਕਦਾ ਹੈ। ਕੈਜ਼ਾਨ ਦਾ ਮਤਲਬ ਹੈ ਕੰਟੀਨਿਊਸ ਇੰਪਰੂਵਮੈਂਟ ਆਫ ਦੀ ਸਿਸਟਮ। ਲਗਾਤਾਰ ਆਪਣੇ ਸਿਸਟਮ ਨੂੰ ਇੰਪਰੂਵ ਕਰਦੇ ਚਲੇ ਜਾਓ, ਜਿਵੇਂ ਚੀਜ਼ਾਂ ਦੀ ਸਾਨੂੰ ਰਿਕੁਆਇਰਮੈਂਟ ਅਸੀਂ ਉਹ ਕੰਮ ਕਰਦੇ ਚਲੇ ਜਾਈਏ। ਉਹਦੇ ਨਾਲ ਕੀ ਤੁਹਾਡੀ ਇੱਕ ਤਾਂ ਵੇਸਟੇਜ ਘਟੂਗੀ, ਤੁਹਾਡਾ ਕਮਿਟਮੈਂਟ ਇੰਪਰੂਵ ਹੋਣਗੇ, ਕਸਟਮਰ ਰਿਲੇਸ਼ਨਸ਼ਿਪ ਇੰਪਰੂਵ ਹੋਣਗੇ, ਮਾਰਕੀਟ ਦੇ ਵਿੱਚ ਤੁਹਾਡਾ ਰਿਟੈਂਸ਼ਨ ਲੈਵਲ ਜੋ ਹੈ ਇੰਪਰੂਵ ਹੁੰਦਾ ਚਲਾ ਜਾਊਗਾ, ਮੇਬੀ ਮਾਰਕੀਟ 'ਚ ਗੁੱਡਵਿਲ ਵੀ ਇਨਕਰੀਜ਼ ਹੁੰਦੀ ਚਲੀ ਜਾਊਗੀ। ਇੱਕ ਹੋਰ ਵਰਡ ਹੈ ਇਹਦੇ ਵਿੱਚ ਜਿਡੂਕਾ ਦਾ ਮੀਨਿੰਗ ਹੈਗਾ ਕਿ ਵੈਲ ਸਪਰਿੰਗ ਆਫ ਕੁਆਲਿਟੀ। ਲਗਾਤਾਰ ਅਗਰ ਤੁਸੀਂ ਕਹਿੰਦਾ ਮਾਰਕੀਟ 'ਚ ਕੰਮ ਕਰਦੇ ਹੋ ਤਾਂ ਤੁਹਾਡੀ ਕੁਆਲਿਟੀ ਵੀ ਇਨਕਰੀਜ਼ ਹੁੰਦੀ ਚਲੀ ਜਾਊਗੀ। ਜੋ ਤੁਹਾਡੀਆਂ ਨੋਰਮੈਲਿਟੀਜ਼ ਮਾਰਕੀਟ 'ਚ ਦਿਨ ਉਹ ਤੁਸੀਂ ਇਨਕਰੀਜ਼ ਕਰੋਗੇ, ਕਸਟਮਰ ਵਧਾਉਣਗੇ, ਤੁਹਾਡੀ ਪ੍ਰੋਡਕਸ਼ਨ ਜੋ ਹੈ ਬਹੁਤ ਸਿੰਪਲ ਸਟੋਪਿੰਗ ਬੇਸ 'ਤੇ ਕਦੇ ਹੋਣੀ ਨਹੀਂ, ਨੋਰਮਲ ਪ੍ਰੋਡਕਸ਼ਨ ਹੋਊਗੀ। ਜਿਵੇਂ ਕਸਟਮਰ ਰਿਕੁਆਇਰਮੈਂਟ ਹੋ ਤੁਸੀਂ ਕੰਪਲੀਟ ਕਰਦੇ ਚਲੇ ਜਾਓਗੇ। ਗੋਲਸ ਐਂਡ ਬਿਲਡਿੰਗ ਬਲੇਕ ਆਫ ਲੀਨ ਸਿਸਟਮ। ਅਗਰ ਤੁਸੀਂ ਕਹਿੰਦਾ ਬਿਲਡਿੰਗ ਬਲੌਕਸ ਕਰ ਦੋਗੇ ਲੀਨ ਸਿਸਟਮ 'ਚ ਬੈਨੀਫਿਟ ਉਹਦੇ ਕੀ ਕਿੰਨੇ। ਅਗਰ ਤੁਸੀਂ ਪ੍ਰੋਪਰ ਇਸ ਸਿਸਟਮ ਨਾਲ ਕੰਮ ਕਰਦੇ ਹੋ ਜਾਂ ਫਿਰ ਲੀਨ ਸਿਸਟਮ ਦੇ ਵਿੱਚ ਜਾਂ ਫਿਰ ਜਸਟ ਇਨ ਟਾਈਮ ਸਿਸਟਮ, ਇੱਕ ਤਾਂ ਤੁਹਾਡਾ ਐਲੀਮੀਨੇਸ਼ਨ ਆਫ ਡਿਸਟਰਪਸ਼ਨਸ,
ਜੋ ਤੁਹਾਨੂੰ ਲੱਗਦਾ ਕਿ ਬਿਜ਼ਨਸ ਦੇ ਵਿੱਚ ਸਾਡੀ ਡਿਸਟਰਪਸ਼ਨਸ ਆਉਂਦੇ ਨੇ, ਕਈ ਵਾਰ ਅਸੀਂ ਕੋਈ ਪ੍ਰੋਡਕਟ ਬਣਾਉਂਦੇ ਚਲੇ ਜਾ ਰਹੇ ਹਾਂ, ਮਾਰਕੀਟ 'ਚ ਨਹੀਂ ਵਿਕ ਹੁੰਦਾ, ਫਿਰ ਸਾਨੂੰ ਉਹ ਚੀਜ਼ ਛੋੜ ਕੇ ਪ੍ਰੋਡਕਸ਼ਨ ਸਾਡੇ ਕੋਲ ਪਹਿਲਾਂ ਤੋਂ ਪਈ ਹੁੰਦੀ ਹੈ, ਸਾਨੂੰ ਨਵੀਂ ਚੀਜ਼ ਦੇ ਉੱਪਰ ਕੰਮ ਕਰਨਾ ਪੈਂਦਾ ਹੈ, ਤੁਹਾਡੀ ਕੋਸਟ ਜ਼ਿਆਦਾ ਲੱਗਦੀ ਹੈਗੀ ਹੈ, ਮੇ ਵੀ ਥੋੜਾ ਜਿਹੜੇ ਪੈਸੇ ਆ ਉਹਦੀ ਬਲੋਕੇਜ ਹੁੰਦੀ ਚਲੀ ਜਾਂਦੀ ਹੈ, ਉਹ ਚੀਜ਼ ਘੱਟ ਜਾਊਗੀ ਅਗਰ ਤੁਸੀਂ ਪ੍ਰੋਪਰ ਸਿਸਟਮ 'ਚ ਕੰਮ ਕਰਦੇ ਹੋ। ਦੂਸਰਾ, ਮੇਕਿੰਗ ਸਿਸਟਮ ਫਲੈਕਸੀਬਲ। ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਤੁਸੀਂ ਆਪਣੇ ਸਿਸਟਮ ਜਦੋਂ ਮਰਜ਼ੀ ਫਲੈਕਸੀਬਲ ਕੰਡੀਸ਼ਨ 'ਚ ਲੈ ਕੇ ਆ ਸਕਦੇ ਹੋ। ਜਿਵੇਂ ਦੇ ਕਸਟਮਰ ਆਉਣਗੇ ਅਸੀਂ ਉਵੇਂ ਦੀ ਪ੍ਰੋਡਕਸ਼ਨ ਕਰਦੇ ਚਲੇ ਜਾਵਾਂਗੇ। ਅਗਰ ਤੁਸੀਂ ਪਹਿਲਾਂ ਤੋਂ ਪ੍ਰੋਡਕਸ਼ਨ ਕਰੋਗੇ, ਪਹਿਲਾਂ ਤੋਂ ਰੋ ਮਟੀਰੀਅਲ ਮੰਗਾਓਗੇ, ਤੁਹਾਡੀ ਕੋਸਟ ਉਨੀ ਹੀ ਜ਼ਿਆਦਾ ਇੰਕਰੀਜ਼ ਹੋਣੀ ਹੈ, ਪਲੱਸ ਵੇਸਟੇਜ ਵੀ ਉਨੀ ਹੀ ਇੰਕਰੀਜ਼ ਹੋਊਗੀ। ਐਲੀਮੀਨੇਟਿੰਗ ਵੇਸਟੇਜ ਵੀ ਕਹਿੰਦਾ ਤੁਸੀਂ ਇਜ਼ੀਲੀ ਵੇਸਟ ਨਾ ਘਟਾ ਲਓਗੇ। ਵੇਸਟੇਜ ਇਹਨਾਂ ਨੇ 7 ਟਾਈਪਸ ਲਿਖੇ ਨੇ, ਕਿੰਨੇ ਪ੍ਰਕਾਰ ਦੀਆਂ ਵੇਸਟੇਜ ਘਟ ਸਕਦੇ ਨੇ। ਇੱਕ ਤਾਂ ਇਨਵੈਂਟਰੀ ਦੇ ਵਿੱਚ ਜਿਹੜੀ ਤੁਹਾਡੀ ਵੇਸਟੇਜ ਹੁੰਦੀ ਹੈ, ਸਮਾਨ ਚੱਕ ਕੇ ਵਾਰ-ਵਾਰ ਇੱਧਰ ਉੱਧਰ ਰੱਖਣਾ, ਵੇਸਟੇਜ ਬਹੁਤ ਹੁੰਦੀ ਹੈਗੀ ਜਦੋਂ ਇਨਵੈਂਟਰੀ ਕਰੀ ਜਾਂਦੀ ਹੈਗੀ, ਵੀ ਜਿਹੜਾ ਸਮਾਨ ਜਿੱਥੇ ਦਾ ਹੈਗਾ ਉੱਥੇ ਪਹੁੰਚਾਓ, ਕਈ ਵਾਰ ਚੱਕ ਕੇ ਰੱਖਣ ਨਾਲ ਹੀ ਟੁੱਟ ਭੱਜ ਬਹੁਤ ਹੁੰਦੀ ਹੈ, ਉਹ ਚੀਜ਼ ਘਟ ਜਾਣੀ ਹੈ। ਓਵਰ ਪ੍ਰੋਡਕਸ਼ਨ, ਤੁਸੀਂ ਓਵਰ ਪ੍ਰੋਡਕਸ਼ਨ ਕਰਕੇ ਰੱਖ ਲਓਗੇ, ਸਮਾਨ ਵਿਕਿਆ ਨਹੀਂ ਹੈ, ਮੀਂਹ ਵੀ ਪਿਆ ਸਮਾਨ ਵੀ ਕਈ ਵਾਰ ਖਰਾਬ ਹੋ ਜਾਂਦਾ, ਤਾਂ ਇਹ ਵੀ ਚੀਜ਼ ਘਟ ਜਾਣੀ ਹੈਗੀ ਹੈ। ਵੇਟਿੰਗ ਟਾਈਮ, ਤੁਹਾਡਾ ਟਾਈਮ ਜਿਹੜਾ ਵੇਟ ਕਰਨ ਵਿੱਚ ਜਾਂਦਾ ਹੈਗਾ, ਤੁਸੀਂ ਅੱਜ ਸਮਾਨ ਬਣਾਤਾ, ਮੇ ਵੀ ਅੱਗੇ ਜਾ ਕੇ ਫਿਊਚਰ ਸੇਲ ਹੋਵੇ ਜਾਂ ਨਾ ਹੋਵੇ, ਉਹਦੇ ਲਈ ਤੁਹਾਡੇ ਪੈਸੇ ਜੋ ਬਲੋਕ ਹੁੰਦੇ ਆ, ਤਾਂ ਇਹ ਵੀ ਵੇਸਟੇਜ ਇਹਨੂੰ ਵੀ ਘਟ ਜਾਂਦੀ ਹੈ। ਅਨਨੈਸੈਸਰੀ ਟਰਾਂਸਪੋਰਟ, ਕਈ ਵਾਰ ਅਸੀਂ ਉੱਦਾਂ ਹੀ ਸਮਾਨ ਨੂੰ ਚੱਕ ਕੇ ਇੱਧਰ ਉੱਧਰ ਕਰਦੇ ਰਹਿੰਦੇ, ਜਿਵੇਂ ਚੱਕ ਕੇ ਸਟੋਰ ਦੇ ਬਾਟਮ ਤੋਂ ਵੇਅਰਹਾਊਸ ਪਹੁੰਚਾਤਾ, ਵੇਅਰਹਾਊਸ ਤੋਂ ਕੋਲਡ ਸਟੋਰ ਪਹੁੰਚਾਤਾ, ਫਿਰ ਤੁਹਾਡੀ ਅਲੱਗ ਤੋਂ ਕੋਸਟ ਹੁੰਦੀ ਹੈ, ਵੀ ਘਟ ਜਾਂਦੀ ਹੈਗੀ ਹੈ। ਪ੍ਰੋਸੈਸਿੰਗ ਵੇਸਟ, ਕਈ ਵਾਰ ਜਦੋਂ ਅਸੀਂ ਸਮਾਨ ਬਣਾ ਰਹੇ ਹਾਂ, ਸਮਾਨ ਬਣਦਾ ਹੀ ਕਈ ਵਾਰ ਖਰਾਬ ਹੁੰਦਾ ਹੈਗਾ, ਤਾਂ ਮੇ ਵੀ ਉਹ ਤੁਹਾਨੂੰ ਵੇਟ ਕਰਨੀ ਪੈਂਦੀ ਉਸ ਸਮਾਨ ਦੀ, ਇਹ ਵੀ ਘਟ ਜਾਂਦਾ ਹੈ। ਇਨਐਫੀਸ਼ੀਐਂਟ ਵਰਕ ਮੈਥਡ, ਕੰਮ ਕਰਨ ਦੇ ਜਿਹੜੇ ਮੈਥਡ ਨੇ ਪ੍ਰੋਪਰ ਹੁੰਦੇ ਹੀ ਨਹੀਂ ਹੈ, ਲਗਾਤਾਰ ਪਰਸਨ ਇੱਕ ਕੰਮ 'ਤੇ ਹੀ ਕੰਮ ਕਰਦਾ ਰਹਿੰਦਾ, ਕਸਟਮਰ ਡਿਮਾਂਡ ਕੰਪਲੀਟ ਹੁੰਦੀ ਨਹੀਂ, ਤਾਂ ਉਹ ਵੀ ਵੇਸਟ ਤੁਹਾਡੇ ਘਟ ਜਾਣਗੇ। ਪ੍ਰੋਡਕਟ ਡਿਫੈਕਟ, ਜਿਹੜੇ ਅਸੀਂ ਪ੍ਰੋਡਕਟ ਲਗਾਤਾਰ ਬਣਾਉਂਦੇ ਚਲੇ ਜਾਂਦੇ ਹਾਂ, ਮੇ ਵੀ ਤੁਹਾਡੀ ਜਿਹੜੇ ਡਿਫੈਕਟਸ ਨੇ ਉਹ ਟਾਈਮ ਦੇ ਅਕੋਰਡਿੰਗ ਸੋਲਵ ਹੀ ਨਹੀਂ ਹੁੰਦੇ, ਤੁਹਾਨੂੰ ਪਤਾ ਨਹੀਂ ਲੱਗਦਾ, ਜਦੋਂ ਫਿਰ ਮਾਰਕੀਟ ਪ੍ਰੋਡਕਟ ਜਾਂਦਾ ਉਦੋਂ ਪਤਾ ਨਿਕਲ ਕੇ ਆਉਂਦਾ ਕਿ ਡਿਫੈਕਟਿਵ ਪੀਸ ਗਏ ਹੋਏ ਨੇ। ਤਾਂ ਅਗਰ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਪ੍ਰੋਡਕਟ ਬਣਾਵਾਂਗੇ ਤਾਂ ਉਹਦਾ ਬੈਨੀਫਿਟ ਸਾਨੂੰ ਜ਼ਿਆਦਾ ਹੋਊਗਾ। ਉਸ ਤੋਂ ਬਾਅਦ ਇਹਨਾਂ ਲਿਖਿਆ ਕਿ ਬਿਲਡਿੰਗ ਬਲੋਕਸ, ਅਗਰ ਤੁਸੀਂ ਜਸਟ ਇਨ ਟਾਈਮ ਜਾਂ ਲੀਨ ਸਿਸਟਮ 'ਚ ਕੰਮ ਕਰਨਾ ਹੈ ਤਾਂ ਤੁਹਾਨੂੰ ਬਿਲਡਿੰਗ ਬਲੋਕ ਕੀ ਕੰਮ ਕਰਨੇ ਚਾਹੀਦੇ ਨੇ। ਸਭ ਤੋਂ ਪਹਿਲਾਂ ਤਾਂ ਕਹਿੰਦਾ ਪ੍ਰੋਡਕਟ ਦਾ ਡਿਜ਼ਾਈਨ ਰੈਡੀ ਕਰੋ। ਪ੍ਰੋਡਕਟ ਦਾ ਡਿਜ਼ਾਈਨ ਕਸਟਮਰ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੀ ਹੋਣਾ ਚਾਹੀਦਾ ਹੈ। ਜਿਵੇਂ ਦੇ ਕਸਟਮਰ ਕੋਈ ਪ੍ਰੋਡਕਟ ਮਾਰਕੀਟ 'ਚ ਚਾਹੁੰਦੇ ਨੇ ਉਸ ਦੀ ਤਰ੍ਹਾਂ ਦੀ ਤੁਸੀਂ ਇਨਵਾਇਰਮੈਂਟ ਬਣਾਓ। ਟੋਇਟੋ ਕੰਪਨੀ ਅੱਜ ਕੱਲ੍ਹ ਤੁਸੀਂ ਮੋਸਟਲੀ ਕਾਰ ਦੀ ਕੰਪਨੀ ਦੇਖੋਗੇ, ਹਰ ਕੋਈ ਕੰਪਨੀ ਆਲਵੇਸ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ, ਕਸਟਮਰ ਦੀ ਜੋ ਆਪਣੀ ਅਪਰੋਚ ਨੇ ਜਾਂ ਕਸਟਮਰ ਕੋਲ ਜਿੰਨਾ ਪੈਸਾ ਉਸ ਦੇ ਅਕੋਰਡਿੰਗ ਕੋਈ ਚੀਜ਼ ਮਾਰਕੀਟ 'ਚ ਉਤਾਰਨ ਦੀ ਕੋਸ਼ਿਸ਼ ਕਰਦੇ ਨੇ। ਘੱਟ ਕੀਮਤ ਵਾਲਾ ਅਗਰ ਸਮਾਨ ਲੈ ਕੇ ਆ ਰਹੇ ਨੇ ਤਾਂ ਉਹਦੇ ਵਿੱਚ ਕੀ ਫਲੈਕਸੀਬਿਲਿਟੀਜ਼ ਕਰੇ ਜਾ ਸਕਦੀਆਂ, ਡਿਜ਼ਾਈਨ ਵੀ ਉਸ ਤਰ੍ਹਾਂ ਦਾ ਲੁੱਕ ਲੈ ਕੇ ਮਾਰਕੀਟ 'ਚ ਆਉਣੀ ਹੈਗੀਆਂ ਨੇ। ਡਿਜ਼ਾਈਨ ਦੇ ਵਿੱਚ ਇਹਨਾਂ ਲਿਖਿਆ ਵੀ ਹੈ, ਕਹਿੰਦਾ ਤੁਸੀਂ 3 ਤਰ੍ਹਾਂ ਡਿਫਰੈਂਟ ਤਰੀਕੇ ਨਾਲ ਡਿਜ਼ਾਈਨ ਸੈਟਅਪ ਕਰ ਸਕਦੇ ਹੋ। 4 ਐਲੀਮੈਂਟ ਨੇ। ਸਭ ਤੋਂ ਪਹਿਲਾਂ ਤਾਂ ਲਿਖਿਆ ਕਿ ਸਟੈਂਡਰਡ ਪਾਰਟਸ, ਕੰਪਨੀ ਦੇ ਵਿੱਚ ਕਹਿੰਦਾ ਜਿਹੜੇ ਸਟੈਂਡਰਡ ਪਾਰਟਸ ਯੂਜ਼ ਕਰੇ ਜਾਂਦੇ ਨੇ, ਕੋਸ਼ਿਸ਼ ਕਰੀਏ ਵੀ ਉਹਨਾਂ ਦੀ ਕੋਸਟ ਕਿਸ ਤਰ੍ਹਾਂ ਘੱਟ ਸਕਦੀ ਹੈਗੀ ਹੈ, ਘੱਟ ਪਾਰਟ ਦੇ ਨਾਲ ਜੋ ਹੈ ਮਾਰਕੀਟ ਡੀਲ ਕਰ ਸਕੀਏ। ਤੁਸੀਂ ਮੇ ਵੀ ਸ਼ਾਇਦ ਦੇਖਿਆ ਹੋਊਗਾ ਵੀ ਕੁਝ ਅੱਜ ਕੱਲ੍ਹ ਜਿਵੇਂ ਕੋਈ ਗੱਡੀਆਂ ਹੀ ਹੋ ਗਈਆਂ ਜਾਂ ਫਿਰ ਐਕਟਿਵਾਜ਼ ਹੋ ਗਈਆਂ, ਬਾਈਕਸ ਹੋ ਗਈਆਂ, ਇਹਨਾਂ ਦੇ ਵਿੱਚ ਪਹਿਲਾਂ ਜਿਹੜਾ ਸਮਾਨ ਲੱਗਦਾ ਸੀ ਬਹੁਤ ਹੈਵੀ ਲੱਗਦਾ ਸੀਗਾ। ਅੱਜ ਕੱਲ੍ਹ ਸਮਾਨ ਜੋ ਹੈ ਬਹੁਤ ਹਲਕਾ ਹੁੰਦਾ। ਤੁਸੀਂ ਕਿਸੇ ਟਰੱਕ ਦੇ ਕੋਲੋਂ ਨਿਕਲੋ ਐਂ ਲੱਗਦਾ ਵੀ ਸਾਨੂੰ ਨਾਲ ਹੀ ਨਾ ਕਿਤੇ ਉਡਾ ਕੇ ਲੈ ਜਾਏ, ਬਹੁਤ ਹਲਕੀ ਚੀਜ਼ਾਂ ਲਗਾਉਣ ਲੱਗੇ। ਤੁਹਾਨੂੰ ਇਹ ਲੱਗਦਾ ਕਿ ਘੱਟ ਪੈਸੇ ਦੇ ਵਿੱਚ ਪਰਸਨ ਨੂੰ ਸੰਤੁਸ਼ਟ ਕਰਿਆ ਜਾਵੇ ਔਰ ਉਹਦੀ ਲੁੱਕ ਵੀ ਇਦਾਂ ਦੀ ਸੈਟਅਪ ਕਰੀ ਜਾਵੇ। ਡਿਜ਼ਾਈਨ ਜੋ ਹੈ ਮਾਡਲ ਬੇਸ 'ਤੇ ਹੋਣਾ ਚਾਹੀਦਾ ਹੈ। ਤੁਸੀਂ ਓਲਡ ਸਟਾਈਲ ਨਾਲ ਨਹੀਂ ਜਾ ਸਕਦੇ, ਨਵਾਂ ਕੁਛ ਉਹਦੇ ਵਿੱਚ ਸੈਟਅਪ ਲੈ ਕੇ ਆਓ। ਐਗਜ਼ਾਮਪਲ ਲੈ ਲਈ ਸੀ ਐਕਟਿਵਾ 4G 5G 6G, ਨਵਾਂ ਉਹਦੇ ਵਿੱਚ ਕੁਝ ਕਰਦੇ ਚਲੇ ਜਾ ਰਹੇ ਨੇ। ਹੈ ਤਾਂ ਗੱਡੀ ਉਵੇਂ ਹੀ ਚੱਲਣ ਵਾਲੀ, ਉਹਦੀ ਕੋਈ ਇਦਾਂ ਦਾ ਨਹੀਂ ਅਲੱਗ ਤੋਂ ਤਰੀਕੇ ਨਾਲ ਚੱਲਦੀ ਹੈ, ਲੇਕਿਨ ਮਾਡਰਨ ਤਰੀਕੇ ਨਾਲ ਡਿਜ਼ਾਈਨ ਜਿਵੇਂ ਲੋਕਾਂ ਦੀ ਰਿਕੁਆਇਰਮੈਂਟ ਆ ਉਹਨਾਂ ਨੂੰ ਕੰਪਲੀਟ ਕਰਦੇ ਚਲੇ ਜਾਣਗੇ। ਹਾਈਲੀ ਕੈਪੇਬਲ ਪ੍ਰੋਡਕਸ਼ਨ ਸਿਸਟਮ ਵਿਦ ਕੁਆਲਿਟੀ ਬਿਲਟ ਇਨ, प्रोडक्शन सिस्टम जो क्वालिटी बेस्ड होना चाहिए। हर एक काम जो है हर एक पर्सन जिवें एक्सपीरियंस पर्सन होंगे या स्किलफुल पर्सन होंगे उन्होंने तो ही करवाया जाए। किसी भी पर्सन को इदा नहीं है कि तुम बैठो सी समान बनाना है, कोई पर्सन किस तरह कर रहा है, कोई पर्सन किस तरह कर रहा है। स्किलफुल पर्सन मशीन के अकॉर्डिंग ही काम कराया जाए तो बेनीफिट ज़्यादा होने वाला है। लास्ट नंबर कॉन्फिडेंट इंजीनियरिंग, कोशिश ये की जाए इंजीनियरिंग बेस से ही काम होना जरूरी है। किसी बंदे ने इस चीज़ की डिप्लोमा या किसी बंदे ने किसी डिग्री लईयां हुई ने उन्होंने पर्सन भी चांसेस दिए जाए ताकि वो प्रोडक्शन की हेल्प थोड़ी कर सकें। दूसरा बिल्डिंग ब्लॉक के विच हैगा कि प्रोसैस दा डिज़ाइन प्रोसैस डिज़ाइन मतलब जो तुम प्रोडक्ट बनाने जा रहे हो वो प्रोसैस का भी डिज़ाइनिंग होना पहले ही जरूरी है भी किहड़ा प्रोडक्ट किस तरीके ਨਾਲ कंप्लीट होगा। पहला होंदा सी एक टाइम में सारे जाने की जगह पर बैठ के प्रोडक्ट बनाते थे, अजकल इदा नहीं है। कंपनी कोई प्रोडक्ट बना रही है, कई बार तो बाहरों ही आता है डिफरेंट कंपनी के स्पेयर पार्ट सारे एक जगह पर असैंबल हो रहे हैं मार्केट में। कुछ कंपनी भी कुछ प्रोडक्ट खुद ही बना रही हैं तो प्रोसैसिस सैटअप हो जाएंगे 1 2 3 लैवल से अलग अलग लैवल पर जाके प्रोडक्ट जो है कंप्लीट होता है। ਇਹਦੇ ਨਾਲ ਤਾਂ ਕਹਿੰਦਾ ਕੰਪਨੀ ਦੀ ਇੱਕ ਤਾਂ ਸੈਟਅਪ ਟਾਈਮ ਜੋ ਘਟ ਜਾਊਗਾ, ਪਲੱਸ ਕੰਪਨੀ ਦੀ ਜਿਹੜੇ ਮੈਨੂਫੈਕਚਰਿੰਗ ਸੈਲਸ ਨੇ ਉਹ ਵੀ ਬੈਨੀਫਿਟਸ ਦੇ ਵਿੱਚ ਚਲੇ ਜਾਣਗੇ, ਕੁਆਲਿਟੀ ਇੰਪਰੂਵ ਹੋਊਗੀ, ਬੈਲੈਂਸ ਸਿਸਟਮ ਹੋ ਜਾਊਗਾ, ਕੰਪਨੀ ਆਪਣਾ ਪ੍ਰੋਫਿਟ ਜੋ ਇਨਕਰੀਜ਼ ਵੀ ਕਰ ਸਕਦੀ ਹੈ। ਥਰਡ ਹੈਗਾ ਇਹਦੇ ਵਿੱਚ ਪਰਸਨਲ ਆਰਗੇਨਾਈਜੇਸ਼ਨ ਐਲੀਮੈਂਟ, ਕੰਪਨੀ ਦੇ ਵਿੱਚ ਜਿਹੜੇ ਪਰਸਨਲ ਡਿਪਾਰਟਮੈਂਟ ਨੇ ਜਾਂ ਫਿਰ ਜੋ ਕੰਪਨੀ ਦੇ ਸਟਾਫ ਪਰਸਨਸ ਕੰਮ ਕਰਨਗੇ ਉਹਦੇ ਵੀ ਐਲੀਮੈਂਟਸ ਪ੍ਰੋਪਰ ਤਰੀਕੇ ਨਾਲ ਸੈਟਅਪ ਹੋਣੇ ਚਾਹੀਦੇ ਨੇ, ਵੀ 5 ਤਰੀਕੇ ਨਾਲ ਹੋ ਸਕਦੇ ਨੇ। ਸਭ ਤੋਂ ਪਹਿਲਾਂ ਕਹਿੰਦਾ ਵਰਕਰ ਨੂੰ ਐਸੈਟ ਸਮਝਿਆ ਜਾਵੇ, ਕੰਪਨੀ ਦੇ ਵਿੱਚ ਉਹੀ ਵਰਕਰ ਰੱਖੇ ਜਾਣ ਜੋ ਕੰਪਨੀ ਲਈ ਕੰਮ ਕਰ ਸਕਦੇ ਨੇ। ਤੁਸੀਂ
ਤੁਸੀਂ ਉੱਦਾਂ ਨਹੀਂ ਹੈ ਵੀ ਲੇਬਰ ਸਾਰੀ ਬੁਲਾ ਲਈ ਔਰ ਲੇਬਰ ਦੇ ਤਰ੍ਹਾਂ ਹੀ ਕੰਮ ਕਰਾਵਾਂਗੇ, ਮੇ ਵੀ ਲੇਬਰ ਸਾਰੀ ਇਫੈਕਟਿਵ ਹੋਊਗੀ, ਹੋ ਨਹੀਂ ਸਕਦਾ। ਵਰਕਰਸ ਰੱਖੇ ਜਾਣ ਜੋ ਵੈਲ ਟ੍ਰੇਨਡ ਹੋਣਗੇ, ਇੰਜੀਨੀਅਰ ਪਰਸਨਸ ਹੋਣਗੇ, ਆਪਣੇ ਆਪਣੇ ਫੀਲਡ ਵਿੱਚ ਐਕਸਪਰਟਸ ਹੋਣਗੇ, ਉਹਨਾਂ ਨੂੰ ਬੈਨੀਫਿਟ ਕੰਪਨੀ ਨੂੰ ਜ਼ਿਆਦਾ ਹੋਊਗਾ। ਕ੍ਰੋਸ ਟ੍ਰੇਨਡ ਵਰਕਰਸ, ਉਹਨਾਂ ਵਰਕਰ ਨੂੰ ਰੱਖਿਆ ਜਾਵੇ ਜਿਹਨਾਂ ਨੂੰ ਵਾਰ-ਵਾਰ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਹੈ। ਤੁਸੀਂ ਵਾਰ-ਵਾਰ ਟ੍ਰੇਨਿੰਗ ਦਿਓਗੇ ਮੇ ਵੀ ਤੁਹਾਡੀ ਕੋਸਟ ਵਧਣੀ ਹੈਗੀ ਹੈ। ਇੱਕ ਵਾਰ ਪਰਸਨ ਰੱਖੋ, ਅੱਗੇ ਆਪਣੇ ਆਪ ਹੀ ਕੰਮ ਸਿੱਖਦੇ ਚਲੇ ਜਾਣ, ਉਹਨਾਂ ਨੂੰ ਤੁਸੀਂ ਕ੍ਰੋਸ ਟ੍ਰੇਨਡ ਵਰਕਰ ਕਹਾਂਗੇ। ਕੰਟੀਨਿਊ ਇੰਪਰੂਵਮੈਂਟ, ਲਗਾਤਾਰ ਇੰਪਰੂਵਮੈਂਟ ਉਦੋਂ ਹੋ ਸਕਦੀ ਜਦੋਂ ਵਰਕਰ ਤੁਹਾਡੇ ਕੋਲ ਬੈਸਟ ਹੋਣਗੇ ਜਾਂ ਫਿਰ ਸਟਾਫ ਤੁਹਾਡੇ ਕੋਲ ਬੈਸਟ ਹੋਊਗਾ। ਕੋਸਟ ਅਕਾਊਂਟਿੰਗ ਤੁਹਾਡੀ ਉਨੀ ਹੀ ਘਟਦੀ ਚਲੀ ਜਾਊਗੀ। ਲੀਡਰਸ਼ਿਪ ਕੰਮ ਕੰਪਨੀ ਵਿੱਚ ਹੁੰਦਾ ਚਲਾ ਜਾਊਗਾ। ਪ੍ਰੋਜੈਕਟ ਮੈਨੇਜਮੈਂਟ ਵਿੱਚ ਕੰਮ ਕੰਪਨੀ ਕਰ ਸਕਦੀ ਹੈ। ਫੋਰਥ ਹੈਗਾ ਮੈਨੂਫੈਕਚਰਿੰਗ ਪਲੈਨਿੰਗ ਐਂਡ ਕੰਟਰੋਲ। ਜਦੋਂ ਤੁਸੀਂ ਕਹਿੰਦਾ ਸਾਰਾ ਕੰਮ ਕਰ ਲਓਗੇ ਬਿਲਡਿੰਗ ਬਲੋਕ, ਲਾਸਟ ਹੁੰਦਾ ਕਿ ਮੈਨੂਫੈਕਚਰਿੰਗ ਪਲੈਨਿੰਗ ਕਰੋ ਕਿ ਤੁਸੀਂ ਪ੍ਰੋਡਕਟ ਕਿਸ ਤਰ੍ਹਾਂ ਬਣਾਉਣਾ ਹੈਗਾ। ਸਭ ਤੋਂ ਪਹਿਲਾਂ ਲੈਵਲ ਲੋਡਿੰਗ, ਕਿਸ ਲੈਵਲ ਤੇ ਮੀਨਸ ਅਸੀਂ ਸਮਾਨ ਬਣਾਉਣਾ ਹੈਗਾ। ਲੋਡਿੰਗ ਵਾਲੇ ਪਰਸਨਸ ਕੌਣ ਹੋਣਗੇ, ਮੀਨਸ ਕਿ ਇਹਨਾਂ ਨੂੰ ਤੁਸੀਂ ਰਿਸਪੌਂਸਿਬਿਲਿਟੀ ਦਿਓਗੇ ਜਿਹੜਾ ਆਪਣਾ ਕੰਮ ਕੰਪਲੀਟ ਕਰ ਸਕਦੇ ਨੇ। ਫੁੱਲ ਸਿਸਟਮ ਵਿੱਚ ਕੰਮ ਕਰੋ, ਹਰੇਕ ਪਰਸਨ ਆਪਣਾ ਕੰਮ ਜੋ ਹੈ ਕੰਪਲੀਟ ਕਰਕੇ ਦੂਸਰੇ ਪਰਸਨ ਨੂੰ ਕੰਮ ਕੰਪਲੀਟ ਕਰਨ ਲਈ ਦਵੇ। ਇਸ ਤਰ੍ਹਾਂ ਦਾ ਸਿਸਟਮ ਮੇਨਟੇਨ ਹੋਣਾ ਜ਼ਰੂਰੀ ਹੈ। ਮੀਨਸ ਇੱਕ ਮਸ਼ੀਨ ਆਪਣਾ ਕੰਮ ਖਤਮ ਕਰੇ ਤਾਂ ਦੂਸਰੀ ਮਸ਼ੀਨ ਵੀ ਨਾਲ ਕੰਮ ਕਰਦੀ ਚਲੀ ਜਾਵੇ। ਇੱਦਾਂ ਨਾ ਹੋਵੇ ਕਿ ਇੱਕ ਮਸ਼ੀਨ ਅਲੱਗ ਕੰਮ ਕਰ ਰਹੀ, ਇੱਕ ਮਸ਼ੀਨ ਅਲੱਗ ਕੰਮ ਕਰ ਰਹੀ, ਇਹ ਨਹੀਂ ਹੋਣਾ ਚਾਹੀਦਾ। ਕੰਮ ਸਟਾਰਟ ਹੋ ਰਿਹਾ ਤਾਂ ਪ੍ਰੋਸੈਸ ਵਾਈਜ਼ ਹੋਣਾ ਚਾਹੀਦਾ। ਫਸਟ ਮਸ਼ੀਨ, ਸੈਕੰਡ ਮਸ਼ੀਨ, ਥਰਡ ਮਸ਼ੀਨ, ਇਸ ਤਰ੍ਹਾਂ ਕੰਮ ਕੰਪਲੀਟ ਹੋਣਾ ਜ਼ਰੂਰੀ ਹੈ। ਕੋਸ਼ਿਸ਼ ਇਹ ਕਰੀ ਜਾਵੇ ਜਿੰਨਾ ਵੀ ਕੰਮ ਹੋ ਰਿਹਾ ਵਿਜ਼ੂਅਲ ਸਿਸਟਮ 'ਚ ਹੋਵੇ। ਨਿਗਰਾਨੀ ਦੇ ਵਿੱਚ ਹੋਣਾ ਚਾਹੀਦਾ ਵੀ ਹਰੇਕ ਬੰਦਾ ਇਹ ਨਾ ਕਵੇ ਵੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੂਗਾ। ਹਰੇਕ ਕੰਮ ਦੀ ਰਿਪੋਰਟਿੰਗ ਹੋਣੀ ਜ਼ਰੂਰੀ ਹੈ। ਉਹਦੇ ਵਿੱਚ ਜੋ ਵੇਸਟੇਜ ਆ ਉਹਨੂੰ ਘਟਾਉਣ ਬਾਰੇ ਸੋਚਿਆ ਜਾਣਾ ਜ਼ਰੂਰੀ ਹੈ। ਲਿਮਿਟਿਡ ਵਰਕ ਇਨ ਪ੍ਰੋਸੈਸ, ਹਰੇਕ ਪਰਸਨ ਕੋਲ ਲਿਮਿਟਿਡ ਵਰਕ ਹੋਣਾ ਚਾਹੀਦਾ। ਲੋਟ ਆਫ ਵਰਕ ਨਹੀਂ ਹੋਣਾ ਚਾਹੀਦਾ। ਬੰਦਾ ਉਹਦੇ ਉੱਪਰ ਮੀਨਸ ਪ੍ਰੈਸ਼ਰ ਨਾ ਫੀਲ ਨਾ ਕਰੇ, ਆਰਾਮ ਨਾਲ ਕੰਪਨੀ ਕੰਮ ਕਰੇ ਤਾਂ ਉਹਦਾ ਬੈਨੀਫਿਟ ਉਹਨੂੰ ਜ਼ਿਆਦਾ ਮਿਲ ਸਕਦਾ ਹੈ। ਕਲੋਜ਼ ਵੈਂਡਰ ਰਿਲੇਸ਼ਨਸ਼ਿਪ, ਆਲਵੇਜ਼ ਕੰਪਨੀ ਦੇ ਰਿਲੇਸ਼ਨਸ਼ਿਪ ਜੋ ਹੈ ਵੈਂਡਰ ਨਾਲ ਕਲੋਜ਼ ਹੋਣੇ ਚਾਹੀਦੇ ਨੇ। ਜਦੋਂ ਤੁਹਾਨੂੰ ਰਿਕੁਆਇਰਮੈਂਟ ਹੈਗੀ ਕਿਸੇ ਮਟੀਰੀਅਲ ਦੀ, ਟਾਈਮ ਨਾਲ ਤੁਹਾਡੇ ਕੋਲ ਸਮਾਨ ਪਹੁੰਚ ਸਕੇ। ਕਿਉਂਕਿ ਜਸਟ ਇਨ ਟਾਈਮ ਦਾ ਮਤਲਬ ਇਹ ਹੈ ਕਿ ਤੁਹਾਨੂੰ ਟਾਈਮ ਨਾਲ ਰਾ ਮਟੀਰੀਅਲ ਮਿਲੇ ਔਰ ਤੁਸੀਂ ਟਾਈਮ ਨਾਲ ਹੀ ਪ੍ਰੋਡਕਸ਼ਨ ਕਰੋ। ਤੁਹਾਡੇ ਰਿਲੇਸ਼ਨਸ਼ਿਪ ਵੈਂਡਰ ਨਾਲ ਹੀ ਪ੍ਰੋਪਰ ਨਹੀਂ, ਜਿਹਨਾਂ ਤੁਸੀਂ ਸਮਾਨ ਲੈਣਾ ਹੈਗਾ ਤਾਂ ਮੇ ਵੀ ਕੰਪਨੀ ਨੂੰ ਪ੍ਰੋਬਲਮ ਆ ਸਕਦੀ ਹੈ। ਉਹਨਾਂ ਨਾਲ ਰਿਲੇਸ਼ਨਸ਼ਿਪ ਵੀ ਬੈਸਟ ਹੋਣੇ ਚਾਹੀਦੇ ਨੇ। ਇਹਦੇ ਨਾਲ ਕੰਪਨੀ ਦੀ ਕਹਿੰਦਾ ਟਰਾਂਸਪੋਰਟੇਸ਼ਨ ਕੋਸਟ ਵੀ ਘਟ ਸਕਦੀਆਂ ਨੇ। ਕੰਪਨੀ ਨੂੰ ਸਿਰਫ ਸਮਾਨ ਪਹੁੰਚਾਉਣ ਲਈ ਹੀ ਕੋਸਟ ਲੱਗਣੀ ਹੈਗੀ ਹੈ। ਵਾਰ-ਵਾਰ ਇਹ ਨਹੀਂ ਕਿ ਪ੍ਰੋਡਕਸ਼ਨ ਕਰਕੇ ਇੱਧਰ ਤੋਂ ਉੱਧਰ ਸਮਾਨ ਕਰਾਉਂ, ਕੰਪਨੀ ਦੇ ਲੈਵਲਸ ਇਨਕਰੀਜ਼ ਹੋਣਗੇ। ਪ੍ਰੀਵੈਂਟਿੰਗ ਮੇਨਟੇਨੈਂਸ ਐਂਡ ਹਾਊਸਕੀਪਿੰਗ, ਇਹਦੇ ਨਾਲ ਕੰਪਨੀ ਦੀ ਕਹਿੰਦਾ ਜਿਹੜੇ ਮੇਨਟੇਨੈਂਸ ਕੋਸਟ ਨੇ, ਹਾਊਸਕੀਪਿੰਗ ਕੋਸਟ ਨੇ, ਇਹ ਸਾਰੀ ਚੀਜ਼ਾਂ ਘਟ ਜਾਣਗੀਆਂ। ਇਹ ਜਿਹੜਾ ਟੌਪਿਕ ਹੈ ਤੁਹਾਡਾ ਜਸਟ ਇਨ ਟਾਈਮ ਐਂਡ ਲੀਨ ਸਿਸਟਮ, ਇਹ ਵੀ ਟੌਪਿਕ ਹੋਇਆ ਜਿਹੜਾ ਖਤਮ। ਅਗਰ ਕੋਈ ਪੁਆਇੰਟ ਇੱਦਾਂ ਲੱਗਦਾ ਹੈ ਪੁੱਛਣਾ ਤਾਂ ਪੁੱਛ ਸਕਦੇ। ਨੈਕਸਟ ਟੌਪਿਕ ਸਟਾਰਟ ਕਰਦੇ ਹਾਂ, ਅਸਾਈਨਮੈਂਟ ਐਂਡ ਟਰਾਂਸਪੋਰਟੇਸ਼ਨ ਪ੍ਰੋਬਲਮ। ਦੋ ਟੌਪਿਕ ਇੱਕ ਹੀ ਟੌਪਿਕ ਵਿੱਚ ਖਤਮ ਨੇ, ਅਸਾਈਨਮੈਂਟ ਤੇ ਟਰਾਂਸਪੋਰਟੇਸ਼ਨ। ਪਹਿਲਾਂ ਆਪਾਂ ਟਰਾਂਸਪੋਰਟੇਸ਼ਨ ਕਰਦੇ ਹਾਂ, ਫਿਰ ਆਪਾਂ ਅਸਾਈਨਮੈਂਟ ਕਰਦੇ ਹਾਂ। ਟਰਾਂਸਪੋਰਟੇਸ਼ਨ ਪ੍ਰੋਬਲਮ ਹੈਗੀ ਕਿ ਕੰਪਨੀ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਜਦੋਂ ਸਮਾਨ ਕੰਪਨੀ ਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਪਹੁੰਚਾ ਕਰਨਾ। बाद में करेंगे लास्ट में। ट्रांसपोर्टेशन प्रॉब्लम दो तरीके ਨਾਲ ਹੋ ਸਕਦੀ, ਇੱਕ ਤਾਂ ਹੈਗਾ ਨੈਟਵਰਕ ਸਿਸਟਮ, ਇੱਕ ਹੈਗਾ ਅਸੀਂ ਮੈਥਮੈਟਿਕਲੀ ਰਿਪਰੈਜ਼ੈਂਟੇਸ਼ਨ। ਨੈਟਵਰਕ ਸਿਸਟਮ ਤਾਂ ਹੋ ਗਿਆ, ਮੰਨ ਲਓ ਕੰਪਨੀ ਕੋਲ 4 ਸੋਰਸ ਨੇ, ਸੋਰਸ 1, ਸੋਰਸ 2, ਸੋਰਸ 3, ਸੋਰਸ ਅੱਗੇ ਡੈਸਟੀਨੇਸ਼ਨ ਵੀ ਹੋ ਸਕਦੇ ਨੇ। ਡੈਸਟੀਨੇਸ਼ਨ 1, ਡੈਸਟੀਨੇਸ਼ਨ 2, ਡੈਸਟੀਨੇਸ਼ਨ 3, ਡੈਸਟੀਨੇਸ਼ਨ। ਇਹ ਨੈਟਵਰਕ ਸਿਸਟਮ ਹੋ ਗਿਆ। ਨੈਟਵਰਕ ਸੇ ਰਿਪਰੈਜ਼ੈਂਟੇਟਿਵ ਹੈ ਕੰਪਨੀ ਕਹਿੰਦੀ ਵੀ ਸਾਡਾ ਜਿਹੜਾ ਫਸਟ ਸਮਾਨ ਹੈ ਅਸੀਂ ਕਿਵੇਂ ਕਿਸ ਤਰ੍ਹਾਂ ਕਿੱਥੇ ਪਹੁੰਚਾ, ਇੱਥੇ ਵੀ ਪਹੁੰਚਾ ਸਕਦੇ ਹਾਂ, ਇੱਥੇ ਵੀ ਪਹੁੰਚਾ ਸਕਦੇ ਹਾਂ, ਇੱਥੇ ਵੀ ਪਹੁੰਚਾ ਸਕਦੇ ਹਾਂ। ਸੈਕਿੰਡ ਸਮਾਨ ਵੀ ਇੱਧਰ ਵੀ ਜਾ ਸਕਦਾ ਹੈ, ਇਹ ਵੀ ਸਮਾਨ ਜੋ ਹੈ ਇਸ ਤਰ੍ਹਾਂ ਕਿਤੇ ਵੀ ਜੋ ਸਮਾਨ ਸਭ ਜਗ੍ਹਾ ਤੇ ਪਹੁੰਚ ਸਕਦੇ ਨੇ। ਜਦੋਂ ਅਸੀਂ ਕਿਸੇ ਆਪਣੇ ਸਮਾਨ ਨੂੰ ਅਲੱਗ-ਅਲੱਗ ਜਗ੍ਹਾ ਤੇ ਨੈਟਵਰਕ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਉਹਨੂੰ ਅਸੀਂ ਨੈਟਵਰਕ ਰਿਪਰੈਜ਼ੈਂਟੇਟਿਵ ਜਾਂ ਫਿਰ ਨੈਟਵਰਕ ਟਰਾਂਸਪੋਰਟੇਸ਼ਨ ਪ੍ਰੋਬਲਮ ਕਹਿੰਦੇ ਹਾਂ। ਇਹੀ ਕੰਪਨੀਆਂ ਆਲਵੇਜ਼ ਨੈਟਵਰਕ ਦੇ ਵਿੱਚ ਕੰਮ ਕਰਨਗੀਆਂ ਤਾਂ ਮੇ ਵੀ ਉਹਨਾਂ ਦਾ ਜ਼ਿਆਦਾ ਕੋਸਟ ਹੋ ਸਕਦੀ ਹੈ। ਕੰਪਨੀਆਂ ਆਲਵੇਜ਼ ਕੋਸ਼ਿਸ਼ ਕਰਦੀਆਂ ਨੇ ਵੀ ਜੋ ਪ੍ਰੋਡਕਟ ਉਹ ਬਣਾ ਰਹੀਆਂ ਨੇ, ਡਿਫਰੈਂਟ ਜਗ੍ਹਾ ਦੀ ਆਪਣੀ ਡਿਮਾਂਡ ਹੁੰਦੀ ਹੈ। ਹਰੇਕ ਕੰਪਨੀ ਇਸ ਤਰ੍ਹਾਂ ਮਸ਼ੀਨ ਮੰਨ ਲਓ ਇਹ ਸੋਰਸ ਹੈ ਤੇ ਇਹਨਾਂ ਕਿ ਇੱਕ ਸੋਰਸ ਕੀ ਕਰ ਸਕਦੇ ਨੇ, ਸਿਰਫ ਸਪਲਾਈ ਕਰ ਸਕਦੇ ਨੇ। ਇਹ ਅਲੱਗ-ਅਲੱਗ ਕੰਪਨੀ ਦੇ ਪ੍ਰੋਡਕਟ ਨੇ ਜਾਂ ਫਿਰ ਅਲੱਗ-ਅਲੱਗ ਕੰਪਨੀ ਜਿਹੜਾ ਸਮਾਨ ਬਣਾ ਰਹੀ ਹੈ ਜਾਂ ਅਲੱਗ-ਅਲੱਗ ਮਸ਼ੀਨਸ ਨੇ ਜੋ ਸਮਾਨ ਬਣ ਰਹੇ ਹੈ, ਉਹ ਇਹਨਾਂ ਪ੍ਰੋਡਕਸ਼ਨ ਕਰ ਸਕਦੇ ਨੇ ਜੋ ਮਾਰਕੀਟ 'ਚ ਇਹਨਾਂ ਸਮਾਨ ਕਰ ਸਕਦੇ ਨੇ। ਜਿੱਥੇ ਕੰਪਨੀ ਦਾ ਸਮਾਨ ਜਾਂਦਾ ਹੈ ਤਾਂ ਉਹ ਡੈਸਟੀਨੇਸ਼ਨਸ ਹੁੰਦੇ ਨੇ, ਉਹਨਾਂ ਦੀ ਆਪਣੀ ਡਿਮਾਂਡ ਹੁੰਦੀ ਹੈ। ਕੰਪਨੀ ਆਲਵੇਜ਼ ਕੋਸ਼ਿਸ਼ ਇਹ ਕਰਦੀਆਂ ਨੇ ਕਿ ਡਿਮਾਂਡ ਵੀ ਕੰਪਲੀਟ ਹੋ ਜਾਵੇ, ਸਾਡੀ ਸਪਲਾਈ ਵੀ ਕੰਪਲੀਟ ਹੋ ਜਾਵੇ, ਪਲੱਸ ਸਾਡੀ ਕੋਸਟ ਘਟ ਜਾਵੇ। ਅਦਰਵਾਈਜ਼ ਤਾਂ ਕੰਪਨੀ ਨੂੰ ਪਤਾ ਹੈ ਕਿ ਮੇਰਾ ਇੱਕ ਪ੍ਰੋਡਕਟ ਹੈ, ਅਗਰ ਮੈਂ 4 ਡੈਸਟੀਨੇਸ਼ਨ ਤੇ ਭੇਜਣਾ ਹੈ ਤਾਂ ਕੰਪਨੀ ਭੇਜ ਸਕਦੀ ਹੈ, ਕੰਪਨੀ ਨੂੰ ਕੋਈ ਪ੍ਰੋਬਲਮ ਨਹੀਂ ਹੈ। ਮੰਨ ਲਓ ਕੰਪਨੀ ਕੋਲ ਨੰਬਰ 1 ਪ੍ਰੋਡਕਟ ਹੈ, 4 ਜਗ੍ਹਾ ਤੇ ਭੇਜਣਾ ਹੈ, ਉਹ ਭੇਜ ਸਕਦੀ ਹੈ ਕੰਪਨੀ। ਹੋ ਸਕਦਾ ਕਿ ਜਦੋਂ ਮੰਨ ਲਓ ਕੰਪਨੀ ਦਾ ਪਹਿਲਾ ਪ੍ਰੋਡਕਟ ਹੋਊਗਾ, ਪਹਿਲਾਂ ਇੱਥੇ ਜਾਊਗਾ ਗੱਡੀ, ਫਿਰ ਵਾਪਸ ਆਊਗੀ, ਇੱਥੇ ਜਾਊਗਾ, ਫਿਰ ਇੱਥੇ ਆਊਗਾ, ਫਿਰ ਇਸ ਤਰ੍ਹਾਂ ਵੀ ਕਰ ਸਕਦੀ ਕੰਪਨੀ। ਮੇਕ ਵੀ ਕੰਪਨੀ ਇੱਥੋਂ ਜਿੱਦਾਂ ਵੀ ਘੁਮਾ ਸਕਦੀ ਹੈ, ਵਾਪਸ ਫਿਰ ਲੈ ਕੇ ਆ ਸਕਦੀ ਹੈ। ਤਾਂ ਕੰਪਨੀ ਕੋਸ਼ਿਸ਼ ਇਹ ਕਰਦੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਇੱਕ ਹੀ ਪ੍ਰੋਡਕਟ ਸਾਰੀ ਜਗ੍ਹਾ ਤੇ ਪਹੁੰਚਾਇਆ ਜਾਵੇ। ਜਿੱਥੇ ਅਸੀਂ ਉਸੇ ਹਿਸਾਬ ਨਾਲ ਚੱਲਾਂਗੇ ਜਿੱਥੇ ਸਾਡੀ ਕੋਸਟ ਘਟ ਸਕੇ। ਇੱਦਾਂ ਦੀ ਪ੍ਰੋਬਲਮ ਨੂੰ ਅਸੀਂ ਕਹਿੰਦੇ ਹੈਗੇ ਟਰਾਂਸਪੋਰਟੇਸ਼ਨ ਪ੍ਰੋਬਲਮ। ਕੰਪਨੀ ਨੂੰ ਆਲਵੇਜ਼ ਇਹਨਾਂ ਪ੍ਰੋਬਲਮ ਨਾਲ ਡੀਲ ਕਰਨਾ ਪੈਂਦਾ ਹੈਗਾ। ਟਰਾਂਸਪੋਰਟੇਸ਼ਨ ਪ੍ਰੋਬਲਮ ਜਿਹੜੀ ਦੋ ਪ੍ਰਕਾਰ ਦੀ ਹੋਊਗੀ, ਇੱਕ ਤਾਂ ਹੁੰਦੀ ਹੈ ਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ, ਇੱਕ ਹੁੰਦੀ ਹੈ ਅਨਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ।
ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹੈਗੀਆਂ ਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ ਕੀ ਹੁੰਦੀ ਹੈ। ਮੇ ਵੀ ਤੁਹਾਨੂੰ ਕੁਐਸਚਨ ਦੇ ਵਿੱਚ ਦਿਖਾਇਆ ਵੀ ਹੋਇਆ ਕੰਪਨੀ ਨੇ ਸੋਰਸ 1 ਸੋਰਸ 2 ਸੋਰਸ Hey, come in, sir. Good morning, sir. इस टाइप से दिखा रहे हैं सोर्स 1 सोर्स 2 सोर्स 3 ਅਸੀਂ ਕਹਿ ਸਕਦੇ ਹਾਂ ਕੰਪਨੀ ਦੇ ਤਿੰਨ ਸੋਰਸ ਨੇ ਜਾਂ ਫਿਰ ਤਿੰਨ ਕੰਪਨੀ ਦੀਆਂ ਫੈਕਟਰੀਜ਼ ਨੇ। ਅੱਗੇ ਹੈਗੇ ਨੇ ਡੈਸਟੀਨੇਸ਼ਨ ਜਿੱਥੇ ਕੰਪਨੀ ਦੇ ਸਮਾਨ ਜਾਂਦੇ ਨੇ। ਕੰਪਨੀਆਂ ਜਿਹੜੇ ਸੋਰਸ ਨੇ ਉਹ ਤਾਂ ਪ੍ਰੋਡਕਟ ਬਣਾ ਸਕਦੀਆਂ ਨੇ ਤਾਂ ਮਤਲਬ ਕੀ ਕਰ ਸਕਦੀਆਂ ਨੇ ਸਪਲਾਈ ਕਰ ਸਕਦੀਆਂ ਨੇ। ਡੈਸਟੀਨੇਸ਼ਨ ਨੇ ਇਹਨਾਂ ਦੀ ਕੀ ਹੁੰਦੀ ਹੈ ਇਹਨਾਂ ਦੀ ਡਿਮਾਂਡ ਹੁੰਦੀ ਵੀ ਸਾਨੂੰ ਇਹਨਾਂ ਦਾ ਪ੍ਰੋਡਕਟ ਚਾਹੀਦਾ ਵਿੱਚ ਕੋਈ ਵੀ ਕੋਸਟ ਹੋ ਸਕਦੀ ਹੈ। मैं सिर्फ एग्जांपल के तौर पर समझा रहा भी बैलेंस ट्रांसपोर्टेशन प्रॉब्लम की होगी जो कंपनी कंपनी की डिमांड होगी सोर्स 1 जो है 40 प्रोडक्ट जो सप्लाई कर सकता है, सोर्स 2 जो है 30 प्रोडक्ट सप्लाई कर सकता है, सोर्स 3 जो है 30 प्रोडक्ट सप्लाई कर सकता है। सेम डिमांड जी फस्ट डेस्टिनेशन दी है वो 50 प्रोडक्ट दी है, डेस्टिनेशन 2 कहते सानू 25 प्रोडक्ट जो डेस्टिनेशन 3 कहते सानू 25। ਜਦੋਂ ਕੰਪਨੀ ਦੀ ਡਿਮਾਂਡ ਔਰ ਸਪਲਾਈ ਇਕੁਅਲ ਹੁੰਦੀਆਂ ਨੇ ਸਮਝ ਗਏ ਡਿਮਾਂਡ ਔਰ ਸਪਲਾਈ ਇਕੁਅਲ ਹੋਣਗੀਆਂ ਤਾਂ ਉਹਨੂੰ ਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ ਕਹਿੰਦੇ ਅਸੀਂ ਟੋਟਲ ਕਰਕੇ ਦੇਖ ਲਾਂਗੇ 40 30 70 100 25 25 ਅਗਰ ਤਾਂ ਡਿਮਾਂਡ ਔਰ ਸਪਲਾਈ ਦੋਨੋਂ ਇੱਕ ਲੈਵਲ ਤੇ ਕੰਪਲੀਟ ਹੁੰਦੇ ਨੇ ਤਾਂ ਇਦਾਂ ਦੀ ਪ੍ਰੋਬਲਮ ਨੂੰ ਕਹਿੰਦੇ ਨੇ ਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ। ਬਾਈ ਦਾ ਵੀ ਕੰਡੀਸ਼ਨ ਇਦਾਂ ਦੀ ਆ ਜਾਏ ਕਿ ਤੁਹਾਡੀ ਡਿਮਾਂਡ ਔਰ ਸਪਲਾਈ ਇਕੁਅਲ ਨਹੀਂ ਆ ਰਹੀ ਤਾਂ ਉਦਾਂ ਦੀ ਪ੍ਰੋਬਲਮ ਨੂੰ ਕਹਿੰਦੇ ਨੇ ਅਨਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ। ਅਗਰ ਕੋਈ ਕੁਐਸਚਨ ਅਸੀਂ ਸੋਲਵ ਕਰਨ ਜਾਵਾਂਗੇ ਅਗਰ ਤੁਹਾਡੀ ਟਰਾਂਸਪੋਰਟੇਸ਼ਨ ਪ੍ਰੋਬਲਮ ਅਨਬੈਲੈਂਸ ਹੈ ਤਾਂ ਉਹਨੂੰ ਡੰਮੀ ਕਾਲਮ ਜਾਂ ਫਿਰ ਡੰਮੀ ਰੋ ਐਡ ਕਰਕੇ ਬੈਲੈਂਸ ਕੰਡੀਸ਼ਨ ਦੇ ਵਿੱਚ ਕਨਵਰਟ ਕਰਿਆ ਜਾਂਦਾ ਫਿਰ ਕੁਐਸਚਨ ਸੋਲਵ ਹੁੰਦਾ ਹੈ। ਅਨਬੈਲੈਂਸ ਬੈਲੈਂਸ ਕਲੀਅਰ ਹੋ ਗਿਆ। ਅਨਬੈਲੈਂਸ ਦੇਖੋ ਕਿਸ ਤਰ੍ਹਾਂ ਹੋਊਗੀ ਇਹ ਤਾਂ ਜੋ ਵਿੱਚ ਅਸੀਂ ਲਿਖੀਆਂ ਵੈਲਿਊ ਕੋਸਟ ਹੁੰਦੀ ਹੈ। ਮੰਨ ਲਓ ਕੰਪਨੀ ਐਸ ਸੋਰਸ 1 ਡਿਮਾਂਡ ਡੈਸਟੀਨੇਸ਼ਨ 1 ਦੇ ਅਗਰ ਪ੍ਰੋਡਕਟ ਪਹੁੰਚਾਉਂਦੇ ਤਾਂ ਉਹਨਾਂ ਨੂੰ 5 ਰੁਪਏ ਲੱਗਦੇ ਹੈ, ਇੱਥੇ 10 ਰੁਪਏ ਲੱਗਦੇ ਇੱਥੇ 15। ਕੰਪਨੀ ਕੋਸ਼ਿਸ਼ ਇਹ ਕਰੂਗੀ ਕਿ ਜਿਹੜੀ 40 ਦੀ ਸਪਲਾਈ ਹੈ ਕਿੱਥੇ ਕਿੱਥੇ ਪਹੁੰਚਾਇਆ ਜਾਵੇ ਜਿੱਥੇ ਸਾਡੀ ਕੋਸਟ ਘਟ ਸਕਦੀ ਹੈਗੀ। ਅਸੀਂ ਇਹ ਸਾਰੀ ਕੋਸਟ ਨੂੰ ਮੇਜ਼ਰ ਕਰਾਂਗੇ ਤਾਂ ਕੰਪਨੀ ਦੀ ਕੋਸਟ ਜ਼ਿਆਦਾ ਹੋ ਜਾਊਗੀ, ਟੋਟਲ ਕੋਸਟ ਕਰ ਲਵਾਂਗੇ ਤਾਂ ਕੰਪਨੀ ਕਿਤੇ ਕਿਤੇ ਡਿਮਾਂਡ ਕਿਤੇ ਕਿਤੇ ਸਪਲਾਈ ਕੰਪਲੀਟ ਕਰੂਗੀ ਉਸ ਸ਼ਡਿਊਲ ਨੂੰ ਅਸੀਂ ਸੈਟਅਪ ਕਰਦੇ ਹਾਂ। ਅਨਬੈਲੈਂਸ ਕਿਸ ਤਰ੍ਹਾਂ ਹੋ ਸਕਦਾ ਹੈ ਮੰਨ ਲਓ ਮੈਂ ਕਹਿੰਦਾ 40 ਦੀ 70 20 ਆ ਗਈ। ਹੁਣ ਸਾਨੂੰ ਪਤਾ ਹੈ ਕਿ ਸਾਡੀ ਸਪਲਾਈ ਜੋ ਹੈ 40 ਦੀ 70 ਵੀ 90 ਦੀ ਹੈ ਔਰ ਡਿਮਾਂਡ ਜੋ ਹੈ ਸਾਡੀ ਕਿੰਨੇ ਦੀ ਹੈ 100 ਦੀ ਹੈ। ਤੇ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਅਸੀਂ ਕਹਾਂਗੇ ਅਨਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ। ਅਨਬੈਲੈਂਸ ਟਰਾਂਸਪੋਰਟ ਪ੍ਰੋਬਲਮ ਨੂੰ ਅਸੀਂ ਬੈਲੈਂਸ ਦੇ ਵਿੱਚ ਕਨਵਰਟ ਕਰਨਾ ਹੈ ਵਿਦ ਡੰਮੀ ਰੋ ਜਾਂ ਡੰਮੀ ਕਾਲਮ। ਅਗਰ ਤੁਹਾਡੀ ਸਪਲਾਈ ਘਟ ਰਹੀ ਹੈ ਮਤਲਬ ਕਿ ਇੱਥੇ ਸਾਡੇ ਕੋਲ ਜਿੰਨੇ ਲੈਵਲ ਦੇ ਜਾਂ ਫਿਰ ਜਿੰਨੇ ਪ੍ਰਾਈਸ ਦੀ ਸਪਲਾਈ ਘਟ ਰਹੀ ਹੈ ਉਹਨੂੰ ਸਾਨੂੰ ਐਡ ਕਰਨਾ ਪਊ 40 ਦੀ 70 ਤੇ 20 90 ਹੋ ਗਿਆ। ਇੱਥੇ 10 ਐਡ ਕਰਨੇ ਨੇ ਅਸੀਂ ਨਵੀਂ ਇੱਕ ਡੰਮੀ ਰੋ ਐਡ ਕਰ ਲਾਂਗੇ ਜਿੱਥੇ ਕੋਸਟ ਤੁਹਾਡੀ 0 ਰਹੇਗੀ ਸਿਰਫ ਤੁਸੀਂ 10 ਰੁਪਏ ਇੱਥੇ ਐਡ ਕਰ ਲਓ। ਅਨਬੈਲੈਂਸ ਨੂੰ ਬੈਲੈਂਸ ਬਣਾਉਣ ਲਈ ਅਸੀਂ ਇਸ ਤਰ੍ਹਾਂ ਸ਼ੋ ਕਰ ਲਾਂਗੇ ਠੀਕ ਹੈ ਜੀ। ਅਗਰ ਰਿਕੁਆਇਰਮੈਂਟ ਮੀਨ ਤੁਹਾਡੀ ਡਿਮਾਂਡ ਘਟ ਰਹੀ ਹੈ ਜੇ ਇੱਥੇ ਆ ਜਾਂਦਾ ਫਿਰ ਅਸੀਂ ਕੀ ਕਰਦੇ ਲਾਸਟ ਦੇ ਵਿੱਚ ਇੱਕ ਕਾਲਮ ਐਡ ਕਰ ਲੈਂਦੇ ਫਿਰ ਸਾਡੀ 10 ਆ ਜਾਏ ਠੀਕ ਹੈ ਜੀ। ਜਿੱਥੇ ਰਿਕੁਆਇਰਮੈਂਟ ਸਾਨੂੰ ਹੈਗੀ ਹੈ ਅਗਰ ਕਾਲਮ ਐਡ ਕਰਨ ਦੀ ਲੋੜ ਹੈ ਤਾਂ ਕਾਲਮ ਐਡ ਕਰ ਲਾਂਗੇ, ਅਗਰ ਰੋ ਐਡ ਕਰਨ ਦੀ ਲੋੜ ਹੈ ਤਾਂ ਰੋ ਐਡ ਕਰ ਲਾਂਗੇ ਇੱਕ ਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ ਬਣਾਉਣ ਦੇ ਲਈ। ਫਿਰ ਉਸ ਤੋਂ ਬਾਅਦ ਜਾ ਕੇ ਤੁਹਾਡਾ ਕੁਐਸਚਨ ਜੋ ਹੈ ਸੋਲਵ ਹੋ ਸਕਦਾ ਹੈ। ਟਰਾਂਸਪੋਰਟੇਸ਼ਨ ਪ੍ਰੋਬਲਮ ਨੂੰ ਮੈਥਮੈਟਿਕਲੀ ਸੋਲਵ ਕਰਨ ਲਈ 3-4 ਮੈਥਡ ਨੇ ਜਿਹੜੇ ਅਸੀਂ ਕਰਨੇ ਹੈਗੇ ਨੇ। ਸਭ ਤੋਂ ਪਹਿਲਾਂ ਹੈਗਾ ਨੌਰਥ ਵੈਸਟ ਮੈਥਡ, ਦੂਸਰਾ ਤੁਹਾਡੇ ਕੋਲ ਹੈਗਾ ਲੀਸਟ ਕੋਸਟ ਮੈਥਡ, थर्ड हैगा VAM मेथड, वोगल अप्रोक्सीमाइजेशन मेथड, लास्ट एक मेथड आंदा हैगा मोदी मेथड। ये चारों ही मेथड बुक ਦੇ ਵਿੱਚ ਕਰਾਏ ਹੋਏ ਨੇ ਆਪਾਂ ਚਾरों ही मेथड ਕਰਾਂਗੇ। ਇਹ ਤਿੰਨੋਂ मेथड ਅਲੱਗ-ਅਲੱਗ ਰੂਲ ਨਾਲ ਹੁੰਦੇ ਨੇ। ਕੰਪਨੀਆਂ ਆਲਵੇਸ ਇਦਾਂ ਦੀਆਂ ਵੀ ਕਰ ਸਕਦੀਆਂ ਕਿ ਜੋ ਤੁਹਾਡਾ ਇਹਨਾਂ ਦੇ ਨਾਲ ਕੋਈ ਆਨਸਰ ਆਇਆ
अगर कंपनी लगता है कि जो तुसी किਤੇ ना किਤੇ डिमांड सप्लाई कंप्लीट की है होर भी ज़्यादा कोस्ट घटाई सकती है घटाई जा सकती है तो मोदी मैथड यूज़ कर जिन्हों मोडिफाइड डिस्ट्रीब्यूशन मैथड कहते हैं तो ये मैथड भी यूज़ होंगे ये लास्ट ਦੇ ਵਿੱਚ ਹੁੰਦਾ है पहला ਆਪਾਂ डिफरेंट मैथड सॉल्व करने ਦੇ ਬਾਰੇ देखते हैं आज ਆਪਾਂ पहला मैथड करते हैं नॉर्थ वेस्ट मैथड एक क्वेश्चन आज फटाफट कर लेने ये प्रैक्टिकल ਤੁਸੀਂ ਘਰੋਂ ਕਰਕੇ देख लियो नॉर्थ वेस्ट करते हैं थोड़ी बुक ਦੇ ਵਿੱਚ ਹੀ ਲਿਖਿਆ ਹੋਇਆ ਹੈ डिमांड और सप्लाई S1 S2 S3 डेस्टिनेशन 1 डेस्टिनेशन 2 डेस्टिनेशन 11 13 17 16 डिमांड जी है 200 225 275 सप्लाई जी है 250 ਅਸੀਂ ਇਹ क्वेश्चन सॉल्व करने जा रहे हैं फर्स्ट क्वेश्चन सॉल्व करने ਤੋਂ ਪਹਿਲਾਂ ਜ਼ਰੂਰੀ ਚੈੱਕ ਕਰਨਾ ਕਿ ਸਾਡੀ ਡਿਮਾਂਡ ਔਰ ਸਪਲਾਈ ਇਕੁਅਲ ਨੇ ਅਸੀਂ ਟੋਟਲ ਕਰਦੇ ਹਾਂ 400 300 700 700 200 950 ਜਿਹੜੀ ਡਿਮਾਂਡ ਹੈ 200 400 600 700 मतलब कि ਜਿਹੜੀ ਸਾਨੂੰ ਪ੍ਰੋਬਲਮ ਮਿਲੀ ਹੈਗੀ ਹੈ ਉਹ ਕੀ ਹੈਗੀ ਹੈ ਅਨਬੈਲੈਂਸ ਟਰਾਂਸਪੋਰਟੇਸ਼ਨ ਪ੍ਰੋਬਲਮ ਹੈ ਪਹਿਲਾਂ ਇਹਨੂੰ ਬੈਲੈਂਸ ਦੇ ਵਿੱਚ ਕਨਵਰਟ ਕਰਨਾ ਜ਼ਰੂਰੀ ਹੈ ਸਾਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੋ ਰਹੀ ਹੈ ਜਿਹੜੀ ਸਾਡੀ ਡਿਮਾਂਡ ਹੈ ਉਹ ਕਿੰਨੇ ਪੈਸੇ ਦੀ ਘਟ ਰਹੀ ਹੈਗੀ ਹੈ 250 ਇਦਾਂ ਹੀ ਹੈ ਨਾ 250 ਡਿਮਾਂਡ ਘਟ ਰਹੀ ਹੈ ਤਾਂ ਅਸੀਂ ਇੱਥੇ ਕੀ ਕਰਦੇ ਹੈਗੇ ਆ ਨਵਾਂ ਕਾਲਮ ਐਡ ਕਰ ਲੈਂਦੇ डिमांड ਆਪਾਂ ਆਪਣੇ ਆਪ ਕਿਵੇਂ ਕ੍ਰੀਏਟ ਕਰ ਲੈਂਦੇ ਇੱਕ ਡੰਮੀ ਰੋ ਜਾਂ ਡੰਮੀ ਕਾਲਮ ਐਡ ਕਰਨਾ ਹੁੰਦਾ ਹੈ ਅਸੀਂ ਕਿਤੇ ਵੀ ਕੋਈ ਕੋਸਟ ਨਹੀਂ ਰੱਖਦੇ क्वेश्चन सॉल्व करने लिए मैथमेटिकली अगर कोई कंपनी सॉल्व करूगी बेनिफिट ही है जब कंपनी में देखेंगे कि इसकी जगह पे तब पता लगेगा भी कंपनियाँ क्यों करती हैं उन्होंने कोई भी कोस्ट नहीं रखी उनको ऐसा लगता है कि हम एक नई डिमांड लेके आते हैं जितने पैसे की कम थी वो हमने ऐड कर ली सप्लाई की वैल्यू सेम वैसे ही रखेंगे जो उनके पास कोस्ट थी 250 300 4 अभी उन्होंने दोनों लेवल कंप्लीट कर डम्मी कॉलम की रिक्वायरमेंट थी वो ऐड कर ली जिसमें कंपनी ने कोस्ट रख दी 0 अगर हम सामान कहीं पर भी पहुंचाएंगे तो हमें कोई भी कोस्ट नहीं लगने वाली फ्री ऑफ कॉस्ट में जाएगा ठीक है भी तो ये डिमांड उन्होंने सेटअप कर ली अब इस क्वेश्चन को सॉल्व करना किस तरह से है नाम से ही क्लियर हो रहा है नॉर्थ वेस्ट मेथड NWC नॉर्थ वेस्ट कॉर्नर मेथड बोलते हैं इसको मे भी शायद सब लोगों को दिशा के बारे में तो पता ही होगा इसी तरह से चलता है ईस्ट वेस्ट गलत होगा ऐसे होगा ना ईस्ट वेस्ट नॉर्थ ये होता है ना तो हमें इस चीज़ को साथ में लेके चलना हमारा जो मेथड है नॉर्थ वेस्ट हमारा जो टेबल हमें दिया गया होगा इसमें अगर हम नॉर्थ वेस्ट देखें तो क्या आ रहा है इस साइड में आ रहा है कॉर्नर से लेके चलना है नॉर्थ वेस्ट के अकॉर्डिंग नॉर्थ वेस्ट में देखें तो सबसे पहले हमारे पास कॉर्नर में जो टेबल कॉलम आ रहा है वो ये वाला आ रहा है हमें यहाँ पर जो हमें डिस्ट्रीब्यूशन है वो करनी है जब पहले यहाँ पे नॉर्थ वेस्ट के अकॉर्डिंग चल रहे हैं पूरे टेबल में यहाँ पे डिमांड कितने की है 200 की सप्लाई कितने की है 250 तो कंपनी ऑलवेज जो चीज़ कम होगी पहले उसकी कंप्लीट डिस्ट्रीब्यूशन कर देगी यहाँ पे डिमांड 200 की तो कंपनी 200 की डिमांड को कंप्लीट करेगी यहाँ पे जो नीचे वाला सेल आपका ख़त्म हो गया क्योंकि ये 0 हो गया अभी यहाँ पे और कोई डिमांड कंप्लीट नहीं हो सकती इधर देखें तो कंपनी ने कितने की डिमांड कंप्लीट की है बाकी अभी सप्लाई 50 की बची हुई है पॉइंट क्लियर हो गया डिमांड कंप्लीट हो गई सप्लाई 250 की थी हमने 200 की अभी कंप्लीट की है तो 50 अभी भी बची
मतलब कि ये वाला टेबल तो अभी हमारे पास ख़त्म हो गया, बाकी बचा सिर्फ ये वाला टेबल। इसके अकॉर्डिंग काम करेंगे। अभी इस टेबल में देखेंगे तो नॉर्थ वेस्ट में सबसे पहले हमारे पास कौन सा कॉलम आता है, यही आता है। तो यहाँ पर अभी 225 की डिमांड है और सप्लाई जो है 50 की है, तो कंपनी जो कम है उसको ज़ीरो करेगी। हमने 50 की सप्लाई यहाँ पे कंप्लीट कर दी, डिमांड जो है 250 इसमें से माइनस कर देंगे तो हमारे पास रहेगी 175। पॉइंट क्लियर हो गया। जिस लेवल में ज़ीरो हो गया उधर ख़त्म हो गया, कि मतलब अभी नेक्स्ट यहाँ पर कोई डिमांड सप्लाई कंप्लीट नहीं हो सकती। हम देख लें कि 250 की सप्लाई थी, कंप्लीट हो गई, 200 की डिमांड थी, अभी बाकी चल रहा है। नेक्स्ट चलते हैं। अभी बचा हमारे पास सिर्फ ये वाला टेबल, क्योंकि कटिंग हो चुकी है बाकी जगह पे। इस टेबल के अकॉर्डिंग हमारे पास नॉर्थ वेस्ट में सबसे पहले यही सेल आ रहा है। नॉर्थ वेस्ट में यहाँ पे हम देखते हैं 175 की डिमांड है, 300 की सप्लाई है, तो जो चीज़ कम है उसको कंप्लीट किया जाएगा। 175 का हम इसको यहाँ पे जीरो रख कर देंगे, यहाँ पे रख देंगे 175। 175 में से 300 माइनस करेंगे तो हमारे पास कितने बचेंगे, 125 की अभी सप्लाई पेंडिंग है, मतलब कि ये वाला सेल भी खत्म हो गया। पॉइंट क्लियर हो गया। जहाँ पे जीरो हो गया उसके नीचे वाले सेल सारे खत्म होंगे। अगर रो में खत्म हुई है तो रो में जो सारे सेल हैं वो भी खत्म हो गए। रेस्ट हमारे पास ये टेबल बचा है। इस टेबल के अकॉर्डिंग हम लोग सबसे पहले नॉर्थ वेस्ट में इसी में डिस्ट्रीब्यूशन करेंगे। तो सबसे पहले हमारे पास 125 की सप्लाई है, 275 की डिमांड है, तो हम सप्लाई को जीरो करते हैं। 125 275 में से माइनस करेंगे तो हमारे पास बच गई 150। ठीक है जी। जब ये जीरो हो गया तो इधर वाला सेल भी, लास्ट में मेरे पास ये दो सेल बचे हैं नॉर्थ वेस्ट के अकॉर्डिंग, सबसे पहले यही आता है। यहाँ पे 125 की डिमांड है हमारे पास, 400 की सप्लाई है, तो हम डिमांड पहले जीरो कर दें। यहाँ पे 150, यहाँ पे रह गया 250। ये नीचे कोई सेल है नहीं, में कटिंग करने की जरूरत नहीं है। लास्ट में मेरे पास एक सेल ये बचा, 250 की ही डिमांड है, 250 की सप्लाई है, हम लोग यहाँ पे 250 करते हैं, इसको भी जीरो करते हैं। सब जगह पे डिमांड सप्लाई जीरो जीरो हो गई, हमारा क्वेश्चन सॉल्व हो चुका है। अगर ये सॉल्व जीरो नहीं हो रही हैं तो मे बी आप लोग पीछे से ही जो आप लोग कहीं पर भी डिस्ट्रीब्यूशन करते आ रहे हैं वो गलत करते आ रहे हैं। अभी आपने कोस्ट निकालनी है, NWC कॉर्नर मेथड के अकॉर्डिंग कोस्ट आपकी क्या है, जहाँ जहाँ पे आपने डिस्ट्रीब्यूशन की है उन सभी वैल्यू को लेंगे, 200 मल्टीप्लाई बाय 11 प्लस कर देंगे 50 मल्टीप्लाई बाय 13। आगे हमने किया था यहाँ का 175 मल्टीप्लाई बाई 18। आगे आपने किया 125 मल्टीप्लाई बाई 14। फिर हमने किया यहाँ पे 150 मल्टीप्लाई बाई 13 प्लस 250 मल्टीप्लाई बाई 0। जो भी आपका आंसर आएगा वो आपको यहाँ पे लिखना है। मतलब कंपनी को अपनी डिमांड और सप्लाई कंप्लीट करने के लिए इसके अकॉर्डिंग जो आंसर आने वाला है वो कॉस्ट कंपनी को लगेगी। सिर्फ मल्टीप्लाई करिए फटाफट, क्या आंसर आता है आपके पास, कैलकुलेटर हैं दिख कितना आ रहा है जी, 90। टोटल इन्होंने जो आपके पास निकाला 9700। वैसे तो बुक में किया हुआ है, फिर भी हमने मे बी कई बार बुक में समझ नहीं आ रहा, कुछ अलग भी लिखा हुआ उन्होंने, इसको यहाँ से सेटअप कर दिया, जो कॉलम में एडजस्टमेंट की टेबल ना पता लगे। नॉर्थ वेस्ट के अकॉर्डिंग आपको डिमांड और सप्लाई जो है सेटअप करनी है। अगर आप लोग जैसे आपने बोला था अभी इसका बेनिफिट क्या है, अभी हम लोग जो डिमांड ऐड कर रहे हैं, अगर आप लोग डिमांड ऐड करोगे नहीं, डम्मी रो या कॉलम ऐड करोगे, ये क्वेश्चन सॉल्व ही नहीं होगा। अनबैलेंस ट्रांसपोर्टेशन प्रॉब्लम को जब तक बैलेंस में लेके नहीं आओगे तब तक सॉल्व नहीं हो सकता। कंपनी अगर सब सोर्स के अकॉर्डिंग सबकी डिमांड कंप्लीट करने बैठे तो मे बी उनकी कॉस्ट बढ़ सकती है। कंपनी सोचेगी कि हमें ज़रूरी नहीं कि सब जगह पे सामान पहुंचाना है, जहां पर सामान पहुंचाने की कीमत हमें कम हो सकती है उस चीज़ लेवल को हम लोग आगे लेके जाएंगे। इस मेथड को बोलते हैं नॉर्थ वेस्ट कॉर्नर मेथड। किसी को डाउट हो तो मैं इसके लिए दोबारा बता सकता हूँ। वैसे कुछ भी नहीं है, आपको डिमांड और सप्लाई कंप्लीट करनी है, जहाँ पर कम जो वैल्यू कम आ रही होगी उसको ख़त्म करो, आगे चलते चलेगा।